ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਗੁਰੂ ਮਹਾਰਾਜ ਮੇਹਰ ਕਰਨ, ਸਾਰੇ ਚੜ੍ਹਦੀ ਕਲਾ 'ਚ ਰਹੋ ਜੀ। ਪਰਮਾਤਮਾ ਆਪ ਸਾਰਿਆਂ ਦੀ ਤੰਦਰੁਸਤੀ, ਆਪ ਦੇ ਪਰਿਵਾਰ ਦੀ ਤੰਦਰੁਸਤੀ ਸਦਾ ਬਣਾਈ ਰੱਖਣ। ਅੱਜ ਦਾ ਇਹ ਵੀਡੀਓ ਬਹੁਤ ਖਾਸ ਹੈ, ਸਪੈਸ਼ਲ ਹੈ। ਅੱਜ ਦੇ ਵੀਡੀਓ ਦੇ ਵਿੱਚ ਮੈਂ ਆਪ ਜੀ ਨੂੰ ਐਕਸਪਲੇਨ ਕਰਾਂਗਾ ਕਿ ਜੋ ਕੁਝ ਮਹੀਨੇ ਪਹਿਲਾਂ ਮੈਂ ਇੱਕ ਗੱਲ ਕਹੀ ਸੀ ਕਿ ਅਗਰ ਤੁਸੀਂ ਮਿਹਨਤ ਕਰ ਸਕਦੇ ਹੋ ਤਾਂ ਤੁਹਾਨੂੰ ਅਰਬ 'ਚ ਜਾਣ ਦੀ ਜ਼ਰੂਰਤ ਨਹੀਂ, ਤੁਹਾਡਾ ਮੈਂ ਕੈਨੇਡਾ ਉੱਥੇ ਹੀ ਬਣਾ ਦਿਆਂਗਾ। ਇਹ ਮੈਂ ਗੱਲ ਥੋੜ੍ਹੀ ਜਿਹੀ ਵੈਸੇ ਹਲਕੇ ਫੁਲਕੇ ਅੰਦਾਜ਼ 'ਚ ਕਹੀ ਸੀ, ਲੇਕਿਨ ਗੱਲ ਸੀਰੀਅਸ ਵੀ ਸੀ, ਠੀਕ ਹੈ। ਸੋ ਲੇਕਿਨ ਇਹ ਕਿ ਜਦ ਤੱਕ ਤੁਸੀਂ ਪਹਿਲਾਂ ਖੁਦ ਕਰਕੇ ਨਹੀਂ ਦਿਖਾਉਂਦੇ ਕਿਸੇ ਚੀਜ਼ ਨੂੰ, ਤਾਂ ਤੱਕ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ। ਹੁਣ ਆਪਾਂ ਟਰੈਕਿੰਗ ਕਰਦੇ ਹਾਂ, ਟਰੈਕਿੰਗ 'ਚ ਪੂਰਾ ਜੋ ਲਾਈਫ ਦਾ ਸਰਕਲ ਹੈ ਉਹ ਕੱਟ ਕੇ ਤਾਂ ਇੱਥੇ ਪਹੁੰਚੇ ਹਾਂ। ਸੋ ਉਹਦੇ ਬਾਰੇ ਆਪਾਂ ਗਾਈਡ ਕਰਦੇ ਰਹਿੰਦੇ ਹਾਂ, ਹੈ ਨਾ। ਔਰ ਬਹੁਤ ਲੋਕ ਜੋ ਨੇ ਸਕਸੈਸਫੁਲ ਹੁੰਦੇ ਨੇ, ਆਪਣੀ ਆਪਣੀ ਮੰਜ਼ਿਲ 'ਤੇ ਪਹੁੰਚਦੇ ਨੇ ਅਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ। ਸੋ ਬਟ ਇਹ ਹੈ ਕਿ ਕੈਲਕੂਲੇਸ਼ਨਸ ਜਿਹੜੀਆਂ ਨੇ ਕਿਸੇ ਵੀ ਕੰਮ ਵਾਸਤੇ ਉਹ ਬਹੁਤ ਜ਼ਰੂਰੀ ਨੇ। ਸੋ ਅਗਰ ਤੁਸੀਂ ਸਹੀ ਕੈਲਕੂਲੇਟ ਕੀਤਾ ਹੈ ਕਿਸੇ ਚੀਜ਼ ਨੂੰ ਤਾਂ ਫਿਰ ਠੀਕ ਹੈ। ਅਗਰ ਸਹੀ ਕੈਲਕੂਲੇਟ ਨਹੀਂ ਕਰ ਪਾਏ ਤਾਂ ਫਿਰ ਕਈ ਵਾਰ ਪ੍ਰੋਬਲਮਸ ਆਉਂਦੀਆਂ ਨੇ। ਤੁਸੀਂ ਸਹੀ ਕੈਲਕੂਲੇਟ ਨਹੀਂ ਕੀਤਾ, ਉਹਦੇ ਕਰਕੇ ਤੁਸੀਂ ਫੇਲ ਹੋ ਜਾਂਦੇ ਹੋ। ਸੋ ਕੁਝ ਅਰਸਾ ਪਹਿਲਾਂ ਜਦੋਂ ਮੈਂ ਕਿਹਾ ਸੀਗਾ ਕਿ ਥੋੜ੍ਹਾ ਜਿਹਾ ਵੇਟ ਕਰੋ, ਮੈਂ ਕਿਸੇ ਕੰਮ 'ਤੇ ਲੱਗਿਆ, ਉਸ ਦੌਰਾਨ ਮੈਂ ਪੂਰੀ ਪੜ੍ਹਾਈ ਲਿਖਾਈ ਇਸ ਚੀਜ਼ ਦੀ ਰਿਸਰਚ ਮੈਂ ਕਰ ਰਿਹਾ ਸੀਗਾ, ਜਿਹਨੂੰ ਤੁਸੀਂ ਡੀਪ ਰਿਸਰਚ ਕਹਿ ਸਕਦੇ ਹੋ। ਇਹਦੇ ਵਿੱਚ ਮੈਂ ਆਲਮੋਸਟ 3 ਤੋਂ 4 ਮਹੀਨੇ ਲਗਾਏ ਆ। ਲੱਗਣ ਨੂੰ ਬੜਾ ਸੌਖਾ ਲੱਗਦਾ ਵੀ ਹੈ ਤਾਂ ਬਸ ਆਹੀ ਕੰਮ ਹੈ ਨਿੱਕਾ ਜਿਹਾ, ਕੋਈ ਵੱਡੀ ਗੱਲ ਨਹੀਂ ਹੈ, ਤਾਂ ਕੋਈ ਵੀ ਕਰ ਲੇਗਾ। ਲੇਕਿਨ ਇੱਕ ਚੀਜ਼ ਨੂੰ ਪਲਾਨ ਕਰਕੇ, ਸੋਚ ਸਮਝ ਕੇ, ਉਹਦੇ ਬਾਰੇ ਪੜ੍ਹਾਈ ਲਿਖਾਈ ਕਰਕੇ, ਉਹਦੇ ਬਾਰੇ ਸਾਰੀ ਜਾਣਕਾਰੀ ਹਾਸਿਲ ਕਰਕੇ ਕਿਸੇ ਕੰਮ ਨੂੰ ਕਰਨਾ, ਔਰ ਇੱਕ ਅੰਨ੍ਹੇਵਾਹ ਕਿਸੇ ਕੰਮ ਨੂੰ ਕਰ ਲੈਣਾ ਔਰ ਬਾਅਦ 'ਚ ਪਛਤਾਉਣਾ, ਇਹ ਦੋਨਾਂ ਦੇ ਵਿੱਚ ਫਰਕ ਹੁੰਦਾ ਹੈ। ਸੋ ਪਿਛਲੇ 3-4 ਮਹੀਨੇ ਤੋਂ ਮੇਰੀ ਕਾਫੀ ਲੋਕਾਂ ਨਾਲ ਗੱਲ ਹੋਈ ਜਿਹੜੇ ਇੰਡੀਆ ਦੇ ਵਿੱਚ ਨੇ। ਕਾਫੀ ਇਹੋ ਜਿਹੇ ਲੋਕਾਂ ਨਾਲ ਗੱਲ ਹੋਈ, ਕਈ ਕਪਲਸ ਨਾਲ ਇਹੋ ਜਿਹੀ ਗੱਲ ਹੋਈ, ਜਿਨ੍ਹਾਂ 'ਚੋਂ ਮੋਸਟਲੀ ਜਿਹੜੇ ਲੋਕ ਨੇ ਉਹ ਮਹਾਰਾਸ਼ਟਰ, ਗੁਜਰਾਤ ਅਤੇ ਵੈਸਟਰਨ ਯੂਪੀ, ਪੱਛਮੀ ਉੱਤਰ ਪ੍ਰਦੇਸ਼, ਵੈਸਟਰਨ ਯੂਪੀ, ਰਾਜਸਥਾਨ, ਹਰਿਆਣਾ ਦੇ ਵਿੱਚ ਘੱਟ ਨੇ, ਔਰ ਪੰਜਾਬ ਦੇ ਵਿੱਚ ਆਲਮੋਸਟ ਨਾ ਬਰਾਬਰ। ਇਸ ਏਰੀਏ ਦੇ ਵਿੱਚ ਮੇਰੀ ਉਹਨਾਂ ਲੋਕਾਂ ਨਾਲ ਗੱਲਬਾਤ ਹੋਈ ਹੈ ਜਿਹੜੇ ਇੰਡੀਆ ਦੇ ਵਿੱਚ ਚੰਗੇ ਪੜ੍ਹੇ ਲਿਖੇ ਸੀ, ਚੰਗੀ ਤਗੜੀ ਮਲਟੀਨੈਸ਼ਨਲ ਕੰਪਨੀਆਂ ਦੇ ਨਾਲ ਕੰਮ ਕਰਦੇ ਸੀ। ਕਈਆਂ ਦਾ 55-56 ਲੱਖ, 36 ਲੱਖ ਤੋਂ ਲੈ ਕੇ 55-56 ਲੱਖ ਤੱਕ ਦਾ ਸਾਲ ਦਾ ਪੈਕੇਜ ਸੀ। ਸੋ ਉਹ ਲੋਕਾਂ ਨੇ ਆਪਣੀ ਜੌਬ ਛੱਡ ਕੇ, ਵਾਈਟ ਕਾਲਰ ਜੌਬ ਛੱਡ ਕੇ, ਅਤੇ ਬਿਲਕੁਲ ਇੱਕ ਡਿਫਰੈਂਟ ਲਾਈਨ ਦੇ ਵਿੱਚ ਆਉਣਾ ਮਨਜ਼ੂਰ ਕੀਤਾ ਔਰ ਆਏ। ਔਰ ਇਕੱਲੇ ਆਏ ਨਹੀਂ, ਉਹਨਾਂ ਨੇ ਸਕਸੈਸ ਕਿੱਦਾਂ ਹੋਈਦਾ ਉਹ ਚੀਜ਼ ਦਿਖਾਈ ਔਰ ਕਰਕੇ ਦਿਖਾਈ, ਹੱਥਾਂ ਨਾਲ ਕਰਕੇ ਦਿਖਾਈ। ਔਰ ਅੱਜ ਉਹ ਚੀਜ਼ਾਂ ਜਿਹੜੀਆਂ ਨੇ ਉਹ ਲੋਕਾਂ ਸਾਹਮਣੇ ਮਿਸਾਲ। ਸੋ ਅੱਜ ਤੋਂ ਮੈਂ ਆਪਣੇ ਗਰੁੱਪ ਦੇ ਵਿੱਚ ਵੀਡੀਓ ਸ਼ੇਅਰ ਕਰਿਆ ਕਰਾਂਗਾ ਉਹਨਾਂ ਲੋਕਾਂ ਦੀ ਜਿਹੜੇ ਇੰਡੀਆ ਦੇ ਵਿੱਚ ਰਹਿ ਕੇ ਕਾਮਯਾਬ ਹੋਏ, ਕਿਉਂਕਿ ਮੈਨੂੰ ਬਹੁਤ ਗਿਲਟ ਮਹਿਸੂਸ ਹੁੰਦਾ ਹੈ ਇਸ ਚੀਜ਼ ਦਾ ਕਿ ਮੈਂ ਪੰਜਾਬ 'ਚੋਂ ਜਾਂ ਇੰਡੀਆ 'ਚੋਂ ਬੰਦੇ ਕੱਢਦਾ ਜਾ ਰਿਹਾ ਕਿ ਆ ਜਾਓ ਜੀ, ਇੱਥੇ ਆ ਜਾਓ ਜੀ, ਅਰਬ ਚਲੇ ਜਾਓ ਜੀ, ਕੈਨੇਡਾ ਆ ਜਾਓ ਜੀ। ਅਤੇ ਜਦੋਂ ਹੁਣ ਇਹ ਪਰੇਸ਼ਾਨੀ ਆਈ ਹੈ ਪੂਰੀ ਦੁਨੀਆ 'ਤੇ, ਬਹੁਤ ਲੋਕ ਆਪਣੇ ਮਾਂ ਬਾਪ ਕੋਲ ਨਹੀਂ ਪਹੁੰਚ ਪਾਏ, ਆਪਣੇ ਬੱਚਿਆਂ ਕੋਲ, ਆਪਣੀ ਬੀਵੀ ਕੋਲ ਨਹੀਂ ਪਹੁੰਚ ਪਾਏ। ਔਰ ਬਾਹਰ ਵਾਲੇ ਪ੍ਰਦੇਸ਼ਾਂ ਨਾਲ ਜਿਹੜੀ ਸਭ ਤੋਂ ਇੱਕ ਮਾੜੀ ਚੀਜ਼ ਹੁੰਦੀ ਹੈ ਕਿ ਜਦੋਂ ਉਹਨਾਂ ਦੇ ਮਾਂ ਪਿਓ ਚਲਾਣਾ ਕਰਦੇ ਨੇ, ਉਹ ਮੋਸਟਲੀ ਪ੍ਰੈਜ਼ੈਂਟ ਨਹੀਂ ਹੁੰਦੇ। ਉਹ ਦਾਗ ਲੈ ਕੇ ਹੀ ਆਪਣੇ ਮੱਥੇ 'ਤੇ ਮਰਦੇ ਆ ਕਿ ਅਸੀਂ ਆਪਣੇ ਮਾਂ ਪਿਓ ਦਾ ਜਾਣ ਲੱਗਿਆ ਮੂੰਹ ਵੀ ਨਹੀਂ ਦੇਖ ਪਾਏ। ਇਹ ਸਾਰਿਆਂ ਨੂੰ, ਜਿੰਨੇ ਵੀ ਅਸੀਂ ਬਾਹਰ ਰਹਿੰਦੇ ਹਾਂ,
ਇਹ ਚੀਜ਼ ਹਮੇਸ਼ਾ ਸਾਰਿਆਂ ਦੇ ਦਿਲਾਂ ਦੇ ਵਿੱਚ ਚੱਲਦੀ ਰਹਿੰਦੀ ਹੈ। ਕੋਈ ਕਹਿ ਦਿੰਦਾ ਮੇਰੇ ਵਰਗਾ, ਕੋਈ ਕਹਿੰਦਾ ਨਹੀਂ ਹੈ, ਅੰਦਰ ਰੱਖ ਲੈਂਦਾ। ਬਸ ਗੱਲ ਇੰਨੀ ਕੀ ਹੈ, ਦਿਲ 'ਚ ਸਭ ਦੇ ਇਹ ਚੀਜ਼ ਚੱਲਦੀ ਹੈ। ਸੋ ਪਿਛਲੇ 3-4 ਮਹੀਨੇ ਮੈਂ ਬਹੁਤ ਰਿਸਰਚ ਕੀਤੀ ਔਰ ਰਿਸਰਚ ਵੀ ਕੀਤੀ ਔਰ ਪਲੱਸ ਉਹਨਾਂ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਜਿਹੜੇ ਇੰਡੀਆ ਦੇ ਵਿੱਚ ਚੰਗੀਆਂ ਤਗੜੀਆਂ ਜੌਬ ਛੱਡ ਕੇ ਤੇ ਖੇਤੀ ਦੇ ਕੰਮ ਦੇ ਵਿੱਚ ਕਾਮਯਾਬ ਹੋਏ। ਲੇਕਿਨ ਖੇਤੀ ਵਰਡ ਦੇਖਿਆ ਜਾਏ ਤਾਂ ਯੂਜ਼ ਕਰਨਾ ਠੀਕ ਵੀ ਹੈ ਬਟ ਬਹੁਤਾ ਗਲਤ ਹੈ, ਕਿਉਂਕਿ ਖੇਤੀ ਇੱਕ ਚੀਜ਼ ਦਾ ਇਹੋ ਜਿਹੀ ਚੀਜ਼ ਹੋ ਗਈ ਕਿ ਜਿਹੜੀ ਪਹਿਲਾਂ ਚੱਲਦੀ ਸੀ, ਪੁਰਾਣੀ ਸੀ। ਜਿਹੜੇ ਲੋਕ ਅੱਜ ਵੀ ਕਣਕ ਲਾਈ ਜਾਂਦੇ ਹੈ, ਜੀਰੀ ਲਗਾਈ ਜਾਂਦੇ ਹੈ, ਗੰਨਾ ਲਗਾਈ ਜਾਂਦੇ ਹੈ, ਕਣਕ ਲਗਾਉਂਦੇ ਆ, ਜੀਰੇ ਲਗਾਉਂਦੇ ਆ, ਗੰਨਾ ਲਗਾਉਂਦੇ, ਕਣਕ ਲਗਾਉਂਦੇ, ਜੀਰੇ ਲਗਾਉਂਦੇ, ਗੰਨਾ ਲਗਾਉਂਦੇ। ਬਸ ਇਹੀ ਰੂਟੀਨ ਫੜੀ ਹੋਈ ਹੈ ਉਹਨਾਂ ਨੇ 40-50 ਸਾਲਾਂ ਤੋਂ, ਇਹੀ ਰੂਟੀਨ ਪਕੜੀ ਹੈ। ਔਰ ਇਹ ਰੂਟੀਨ ਛੱਡਣ ਨਾ ਕਰਕੇ ਔਰ ਦੂਜੀਆਂ ਚੀਜ਼ਾਂ ਨੂੰ ਜਿਹੜਾ ਅਸੀਂ ਨਹੀਂ ਸੋਚਦੇ ਉਹਦੇ ਕਰਕੇ ਇੰਨੇ ਕੁ ਅਸੀਂ ਪਛੜ ਗਏ ਹਾਂ ਖੇਤੀ ਪੱਖੋਂ ਜਿਹਦਾ ਕੋਈ ਅੰਦਾਜ਼ਾ ਨਹੀਂ। ਜਿਹੜੇ ਬਾਹਰਲੇ ਸੂਬੇ ਨੇ, ਜਿਹੜੇ ਪੰਜਾਬ ਤੋਂ ਦੇਖ ਕੇ ਖੇਤੀ ਸਿੱਖਦੇ ਸੀ, ਉਹ ਅੱਜ ਕੱਲ੍ਹ ਮੋਹਰੀ ਹੋ ਗਏ ਨੇ, ਸਾਡੇ ਤੋਂ ਅੱਗੇ ਚਲੇ ਗਏ ਨੇ ਔਰ ਪੰਜਾਬ ਉਹਨਾਂ ਤੋਂ ਬਹੁਤ ਪਿੱਛੇ ਰਹਿ ਗਿਆ। ਜਿਨ੍ਹਾਂ ਨੂੰ ਸ਼ੱਕ ਸ਼ੁਬਾ ਹੈ ਨਾ ਇਸ ਗੱਲ ਦਾ, ਉਹ ਮੇਰੇ ਨਾਲ ਕੰਟੈਕਟ ਕਰ ਲਿਓ, ਮੈਂ ਤੁਹਾਨੂੰ ਦਿਖਾ ਦੂੰਗਾ। ਕਿਉਂਕਿ ਜਿਨ੍ਹਾਂ ਚੀਜ਼ਾਂ ਦੇ ਬਾਰੇ ਅਜੇ ਪੰਜਾਬੀ ਬੰਦੇ ਨੇ ਸੋਚਣਾ ਵੀ ਸ਼ੁਰੂ ਨਹੀਂ ਕੀਤਾ, ਉਹ ਚੀਜ਼ਾਂ ਮੈਂ ਕਈ ਵਾਰ ਜਦੋਂ ਇਸ ਟਾਈਮ ਵੀ ਮੈਂ ਜਸਟ ਕੈਲੀਫੋਰਨੀਆ ਦੇ ਵਿੱਚ ਹੀ ਨਿਕਲਣੇ ਵਾਲਾ। ਕੈਲੀਫੋਰਨੀਆ ਤੋਂ ਬਾਅਦ ਅਸੀਂ ਜਦੋਂ ਕੈਲੀਫੋਰਨੀਆ ਆਉਂਦੇ ਹਾਂ ਤਾਂ ਸਾਡੇ ਦਿਲ 'ਚ ਬਸ ਇੱਕ ਹੀ ਹੁੰਦੀ ਹੈ ਕਿ ਯਾਰ ਵਾਹ, ਖੇਤੀ ਕਰਦੇ ਨੇ ਅਤੇ ਇਹਨਾਂ ਵਰਗੀ ਖੇਤੀ ਦੁਨੀਆ 'ਤੇ ਕੋਈ ਨਹੀਂ ਕਰਦਾ, ਕਮਾਲ ਕਰਦੇ ਨੇ। ਲੇਕਿਨ ਮੇਰੇ ਦਿਲ ਦੀ ਇੱਛਾ ਇਹ ਸੀ ਕਿ ਕਾਸ਼ ਇਹੋ ਜਿਹੀ ਖੇਤੀ ਇੰਡੀਆ 'ਚ ਹੋਣ ਲੱਗ ਜੇ, ਕਾਸ਼ ਇਹ ਟੈਕਨੋਲੋਜੀ ਉੱਥੇ ਪਹੁੰਚ ਜਾਏ। ਲੇਕਿਨ ਮੈਨੂੰ ਬੜੀ ਹੈਰਾਨੀ ਹੋਈ। ਮੈਂ ਤਾਂ ਸੋਚ ਰਿਹਾ ਸੀ ਕਿ ਇਹ ਟੈਕਨੋਲੋਜੀ ਇੰਡੀਆ ਪਹੁੰਚੇਗੀ, ਲੇਕਿਨ ਟੈਕਨੋਲੋਜੀ ਨੂੰ ਪਹੁੰਚਿਆ ਕਈ ਸਾਲ ਹੋ ਗਏ ਨੇ। ਲੋਕ ਨਵੀਂ ਟੈਕਨੋਲੋਜੀ ਨਾਲ ਨਵੇਂ ਕੰਮ ਕਰਕੇ ਤੇ ਇਤਿਹਾਸ ਰਚ ਰਹੇ ਨੇ ਔਰ ਅਸੀਂ ਲੋਕ ਜੋ ਹੈ ਉਹ ਉਹੀ ਸੱਪ ਦੀ ਲਕੀਰ ਨੂੰ ਪੁੱਟੀ ਜਾਂਦੇ ਹਾਂ। ਸੋ ਇੱਦਾਂ ਹੀ ਇੱਕ ਦਿਨ ਆਈਡੀਆ ਕਲਿੱਕ ਕੀਤਾ ਵੀ ਇਹੋ ਜਿਹਾ ਵੀ ਕੀ ਹੈ ਕਿ ਅਸੀਂ ਜੋ ਕੈਲੀਫੋਰਨੀਆ ਵਾਲੇ ਜੇ ਗੋਰੇ ਜੋ ਨੇ, ਇਹ ਮੈਕਸੀਕਨ ਤੋਂ ਬਾਹਰ ਵਾਲਿਆਂ ਤੋਂ ਕੰਮ ਕਰਵਾ ਕੇ ਇੱਦਾਂ ਇੰਨਾ ਤਗੜਾ ਸੈਟਅਪ ਇਹਨਾਂ ਦਾ, ਮਤਲਬ ਕੈਲੀਫੋਰਨੀਆ ਵਿੱਚੋਂ ਡੇਲੀ ਹਜ਼ਾਰ ਟਰਾਲੇ ਨਿਕਲਦੇ ਨੇ ਪੂਰੇ ਅਮਰੀਕਾ ਕੈਨੇਡਾ ਵਾਸਤੇ, ਵੀ ਇਹੋ ਜਿਹਾ ਕੀ ਕਰਦੇ ਆ ਜੀ। ਬਟ ਟੈਕਨੋਲੋਜੀ, ਤੁਹਾਨੂੰ ਪਤਾ ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੈ, ਟੈਕਨੋਲੋਜੀ ਬਹੁਤ ਜਲਦੀ ਟਰਾਂਸਫਰ ਹੁੰਦੀ ਹੈ। ਔਰ ਇਹ ਮੇਰੀ ਵੀਡੀਓ ਗੌਰ ਨਾਲ ਸੁਣਿਓ, ਮੈਂ ਦੱਸ ਰਿਹਾ, ਇਹ ਇਕੱਲਾ ਵੀਡੀਓ ਐਸਾ ਹੈ, ਇਹਨੂੰ ਤੁਸੀਂ ਲਿਖ ਕੇ ਜਾਂ ਸਟੋਰ ਕਰਕੇ ਕਿਤੇ ਆਪਣੇ ਫੋਲਡਰ 'ਚ ਰੱਖ ਲਿਓ ਔਰ ਕਿਸੇ ਟਾਈਮ ਤੁਹਾਨੂੰ ਅੱਜ ਦੀ ਡੇਟ ਨੋਟ ਕਰ ਲਿਓ। ਅੱਜ 19 ਮਈ ਹੈ ਸੰਨ 2020। ਇਹ ਦਿਨ ਉਹਨਾਂ ਲੋਕਾਂ ਨੂੰ ਸਦਾ ਯਾਦ ਰਹੂਗਾ ਜਿਹੜੇ ਇਹ ਵੀਡੀਓ ਦੇਖ ਕੇ ਆਪਣੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰਨਗੇ। ਠੀਕ ਹੈ ਜੀ। ਬਟ ਮੈਂ ਤੁਹਾਨੂੰ ਬਰੀਕ ਤੋਂ ਬਰੀਕ ਕੈਲਕੂਲੇਸ਼ਨ ਕਰਕੇ ਦੱਸੂਗਾ। ਠੀਕ ਹੈ, ਉਹਦੇ ਬਾਅਦ ਤੁਸੀਂ ਕੋਈ ਸਟੈਪ ਜਾਂ ਐਕਸ਼ਨ ਲੈਣਾ, ਆਪਣਾ ਦਿਮਾਗ ਵੀ ਲਗਾਉਣਾ, ਪੜ੍ਹਨਾ ਲਿਖਣਾ, ਐਕਸਪਲੋਰ ਕਰਨਾ ਹੈ। ਐਕਸਪਲੋਰ ਕਰਨ ਤੋਂ ਬਾਅਦ ਸੋਚਣਾ ਹੈ ਕਿ ਹਾਂ ਮੈਨੂੰ ਗਲਫ ਜਾਣਾ ਫਾਇਦੇਮੰਦ ਹੈ ਜਾਂ ਨਹੀਂ, ਮੈਨੂੰ ਕਿਸੇ ਹੋਰ ਕੰਟਰੀ ਜਾਣਾ ਫਾਇਦੇਮੰਦ ਹੈ ਜਾਂ ਨਹੀਂ। ਉਹ ਸੋਚਣ ਵਾਸਤੇ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ, ਕਿਉਂਕਿ ਜੇ ਮੈਂ ਕੈਨੇਡਾ ਦੇ ਵਿੱਚ ਪੱਕਾ ਹੋ ਕੇ PR ਹੋ ਕੇ ਇਹ ਸੋਚ ਰਿਹਾ ਕਿ ਮੈਂ ਇੰਡੀਆ ਜਾ ਕੇ ਖੇਤੀ ਕਰ ਲਵਾਂ, ਤੇ ਤੁਸੀਂ ਇਸ ਚੀਜ਼ ਨੂੰ ਸੋਚ ਸਕਦੇ ਹੋ ਕਿ ਇੰਡੀਆ ਦੇ ਵਿੱਚ ਕਿੰਨਾ ਕੁ ਪਹਿਲੇ ਨਾਲੋਂ ਫਰਕ ਪੈ ਚੁੱਕਿਆ। ਉਮੀਦ ਹੈ ਮੇਰੀ ਗੱਲ ਪਕੜ 'ਚ ਆਏਗੀ। ਸੋ ਹੁਣ ਆਪਾਂ ਚੱਲਦੇ ਹਾਂ ਟੌਪਿਕ ਵੱਲ। ਸੋ ਮੈਂ ਬਹੁਤ ਲੋਕਾਂ ਨਾਲ ਗੁਜਰਾਤ, ਮਹਾਰਾਸ਼ਟਰਾ, UP ਔਰ ਰਾਜਸਥਾਨ ਗੱਲ ਕੀਤੀ ਔਰ ਇਹਨਾਂ ਸਟੇਟਾਂ ਦੇ ਵਿੱਚ ਗੱਲ ਕਰਨ ਤੋਂ ਬਾਅਦ, ਬਹੁਤ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ, ਐਸੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਜਿਹੜੇ 30-40 ਲੱਖ ਰੁਪਈਆ ਆਪਣੀ ਜੌਬ ਛੱਡ ਕੇ ਤੇ ਹੁਣ ਖੇਤੀ ਕਰਨ ਲੱਗ ਗਏ ਨੇ।
ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਲੱਗਿਆ ਕਿ ਜਿਸ ਦਿਸ਼ਾ ਵਿੱਚ ਜਿਸ ਡਾਇਰੈਕਸ਼ਨ ਦੇ ਵਿੱਚ ਮੈਂ ਜਾ ਰਿਹਾ ਜਾਂ ਮੈਂ ਆਪਣੇ ਗਰੁੱਪ ਵਾਲਿਆਂ ਨੂੰ ਲੈ ਕੇ ਜਾਣਾ ਚਾਹੁੰਦਾ ਜਾਂ ਜਿਹੜੇ ਲੋਕ ਮੇਰੇ ਵੀਰ ਬਾਹਰ ਜਾਣ ਦੇ ਇੱਛੁਕ ਨੇ ਕਿ ਅਸੀਂ ਬਾਹਰ ਜਾ ਕੇ ਸੈਟਲ ਹੋਣਾ ਹੈ, ਉਹਨਾਂ ਦਾ ਕੁਝ ਐਸਾ ਮੈਂ ਕਰ ਸਕਾਂ ਕਿ ਉਹ ਉੱਥੇ ਹੀ ਰੁਕ ਜਾਣ ਔਰ ਉੱਥੇ ਹੀ ਜੋ ਕੰਮ ਦੱਸੇ ਜਾਣ ਉਹ ਕਰਨ ਜਾਂ ਆਪਣੀ ਬੁੱਧੀ ਮੁਤਾਬਕ ਵੀ ਕਰ ਲੈਣ। ਸੋ ਇਸ ਕਰਕੇ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਹੈ ਉਹ ਲਗਾਉਣ ਦੀ ਕੋਸ਼ਿਸ਼ ਕੀਤੀ। ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਕਾਫੀ ਦਿੱਕਤਾਂ ਆਈਆਂ। ਜਿਹੜੇ ਮੇਰੇ ਖਾਸ ਨਿੱਜੀ ਮੇਰੇ ਯਾਰ ਦੋਸਤ ਸੀ, ਜਿਨ੍ਹਾਂ ਦੀ ਸਾਰੀ ਉਮਰ ਅਸੀਂ ਹੈਲਪ ਕੀਤੀ, ਜਿਨ੍ਹਾਂ ਨੂੰ ਕੋਸ਼ਿਸ਼ ਕੀਤਾ ਕਿ ਇੱਥੇ ਤੱਕ ਪਹੁੰਚਣ ਔਰ ਪਹੁੰਚੇ ਵੀ, ਜਿਨ੍ਹਾਂ ਦੇ ਹੋਰ ਯਾਰ ਦੋਸਤ ਮਿੱਤਰ ਸੱਜਣਾ ਦੀ ਵੀ ਹੈਲਪ ਕੀਤੀ ਇੱਥੇ ਪਹੁੰਚਾਉਣ 'ਚ, ਉਹ ਵੀ ਇਸ ਕੰਮ 'ਚ ਬੈਕਫੁੱਟ 'ਤੇ ਚਲੇ ਗਏ ਕਿਸੇ ਵੀ ਰੀਜ਼ਨ ਕਰਕੇ, ਲੇਕਿਨ ਉਹਨਾਂ ਨੇ ਸਾਥ ਨਹੀਂ ਦਿੱਤਾ। ਬਟ ਹੌਸਲਾ ਜਿਹੜਾ ਹੈ, ਜਦੋਂ ਤੁਸੀਂ ਇੱਕ ਚੀਜ਼ ਦਾ ਮਨ ਬਣਾ ਲੈਂਦੇ ਹੋ ਕਿ ਮੈਂ ਇਹ ਕੰਮ ਕਰਨਾ ਹੈ, ਤੇ ਫਿਰ ਪਰਮਾਤਮਾ ਵੀ ਤੁਹਾਡਾ ਸਾਥ ਦਿੰਦਾ ਹੈ। ਸੋ ਜੋ ਆਪਾਂ ਨੇਕ ਕੰਮ ਕੀਤੇ, ਜੋ ਚੰਗੇ ਕੰਮ ਕੀਤੇ, ਉਹਨਾਂ ਕਰਕੇ ਜੋ ਵੀਰ ਸਾਡੇ ਨਾਲ ਜੁੜੇ, ਉਹਨਾਂ 'ਚੋਂ ਬਹੁਤ ਵੀਰ ਇਹੋ ਜਿਹੇ ਨੇ ਕਿ ਜੋ ਮੇਰੀ ਗੈਰ ਹਾਜ਼ਰੀ ਦੇ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਹੈ, ਗੁਰੂ ਕਿਰਪਾ ਨਿਵਾਸ 1 2 3 4 ਜੋ ਵੀ ਹੈ, ਜਦੋਂ ਉਹਨਾਂ ਦਾ ਆਪਾਂ ਉਦਘਾਟਨ ਕਰਦੇ ਹਾਂ ਜਾਂ ਜਦੋਂ ਕਿਤੇ ਉਸ ਏਰੀਏ ਜਾਂਦੇ ਨੇ ਤੇ ਉਹ ਘਰ ਵੀ ਜਾ ਕੇ ਆਉਂਦੇ ਨੇ, ਮਾਂ ਪਿਓ ਨੂੰ ਮਿਲਦੇ ਨੇ ਔਰ ਉਹਨਾਂ ਨਾਲ ਟਾਈਮ ਸਪੈਂਡ ਕਰਦੇ ਨੇ। ਸੋ ਉਹਨਾਂ ਨਾਲ ਫੈਮਿਲੀ ਟਰਮ ਜੈਸਾ ਆਪਣਾ ਹੋ ਚੁੱਕਿਆ, ਅਤੇ ਉਹਨਾਂ ਵੀਰਾਂ ਨਾਲ ਮਿਲ ਕੇ ਹੀ ਇਸ ਕੰਮ ਨੂੰ ਸਿਰੇ ਚੜ੍ਹਾਉਣ ਵਾਸਤੇ ਕੋਸ਼ਿਸ਼ ਕੀਤੀ ਹੈ। ਸੋ ਉਹਨਾਂ ਵਿੱਚੋਂ ਇੱਕ ਵੀਰ ਨਾਲ ਅਸੀਂ ਇਹ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਗੁਰੂ ਮਹਾਰਾਜ ਮਿਹਰ ਕਰੇ ਜੋ ਇਹ ਪ੍ਰੋਜੈਕਟ ਹੈ, ਸੋ ਜੋ ਇਹ ਪ੍ਰੋਜੈਕਟ ਹੈ ਇਹਦੇ ਵਿੱਚ ਸਾਰੀ ਰਿਸਰਚ ਤੋਂ ਬਾਅਦ, ਸਾਰਾ ਕੁਝ ਕਰਨ ਤੋਂ ਬਾਅਦ ਇੱਕ ਸੂਟੇਬਲ ਬੰਦਾ ਚਾਹੀਦਾ ਸੀ ਜਿਹੜਾ ਕਿ ਖੁਦ ਜਿਹਦੀ ਇੱਛਾ ਹੋਵੇ ਕਿ ਮੈਂ ਇਹ ਕੰਮ ਕਰਾਂ ਔਰ ਕਾਮਯਾਬੀ ਨਾਲ ਕਰਾਂ, ਦਿਨ ਰਾਤ ਉਹਦੇ 'ਚ ਆਪਣਾ ਦਿਲ ਲਗਾ ਕੇ ਕੰਮ ਕਰੇ। ਉਹਦੇ ਵਿੱਚ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਵਿਕਾਸ ਵੀਰ ਵਰਗਾ ਇੱਕ ਭਰਾ ਮਿਲਿਆ, ਜਿਹਦੇ ਨਾਲ ਆਪਾਂ ਇਹ ਪ੍ਰੋਜੈਕਟ ਜਿਹੜਾ ਹੈ ਉਹ ਸਟਾਰਟ ਕੀਤਾ। ਸੋ ਹੁਣ ਆਪਾਂ ਪਰਤਦੇ ਹਾਂ ਕਨਸੈਪਟ ਜੋ ਹੈ, ਕੀ ਕਰਨਾ ਕੀ ਹੈ। ਦੇਖੋ, ਅਗਰ ਤੁਹਾਡੇ ਕੋਲ ਜ਼ਮੀਨ ਨਹੀਂ ਹੈ ਕੋਈ ਗੱਲ ਨਹੀਂ, ਅੱਜ ਕੱਲ੍ਹ ਠੇਕੇ 'ਤੇ ਦੇਣ ਵਾਲੇ, ਆਪ ਖੇਤੀ ਛੱਡ ਦੇਣ ਵਾਲੀ ਬਹੁਤ ਦੁਨੀਆ ਹੈ, ਜਿਨ੍ਹਾਂ ਨੇ ਖੇਤੀ ਛੱਡ ਦਿੱਤੀ ਹੈ, ਜਿਨ੍ਹਾਂ ਨੇ ਮੱਝਾਂ ਗਾਵਾਂ ਰੱਖਣੀਆਂ ਛੱਡ ਦਿੱਤੀਆਂ। ਸੋ ਤੁਸੀਂ 1-2 ਕਿੱਲਾ ਜਿਹੜਾ 35 40 45 ਹਜ਼ਾਰ ਰੁਪਏ ਦਾ ਠੇਕੇ 'ਤੇ ਮਿਲ ਜਾਂਦਾ ਹੈ, ਉਹਨੂੰ ਤੁਸੀਂ 1 ਜਾਂ 2 ਸਾਲ ਵਾਸਤੇ ਰੈਂਟ 'ਤੇ ਲੈ ਸਕਦੇ ਹੋ। 1-2 ਸਾਲ ਵਾਸਤੇ ਤੁਸੀਂ ਕੋਈ ਵੀ, ਚਾਹੇ ਜੇ ਤੁਹਾਡੇ ਕੋਲ 1-2 ਕਿੱਲਾ ਜ਼ਮੀਨ ਹੈਗੀ ਹੈ, ਇਟਸ ਓਕੇ, ਬਹੁਤ ਵਧੀਆ, ਬਹੁਤ ਖੁਸ਼ੀ ਦੀ ਗੱਲ ਹੈ। ਜੇ 1-2 ਕਿੱਲਾ ਜ਼ਮੀਨ ਨਹੀਂ ਹੈ, ਫਿਰ ਤੁਸੀਂ ਉਸ ਚੀਜ਼ ਨੂੰ ਠੇਕੇ 'ਤੇ ਲੈ ਸਕਦੇ ਹੋ। ਜੇ ਤੁਸੀਂ ਠੇਕੇ 'ਤੇ ਲੈ ਲਿਆ ਜਾਂ ਬਟਾਈ 'ਤੇ ਲੈ ਲਿਆ, ਵਟਐਵਰ ਜਿੱਦਾਂ ਵੀ ਹੈ, ਉਹ ਤੁਸੀਂ ਲੈ ਲਿਆ। ਉਹਦੇ ਬਾਅਦ ਜੋ ਕਨਸੈਪਟ ਅਸੀਂ ਕੀਤਾ ਹੈ, ਉਹ ਕਨਸੈਪਟ ਨੂੰ ਤੁਸੀਂ ਆਪਣੇ ਏਰੀਏ ਦੇ ਵਿੱਚ ਵੀ ਇੰਪਲੀਮੈਂਟ ਕਰਕੇ ਦੇਖ ਸਕਦੇ ਹੋ ਕਿ ਤੁਹਾਨੂੰ ਕੀ ਮਿਲਿਆ, ਤੁਸੀਂ ਕੀ ਖੱਟਿਆ। ਬਟ ਚਲੋ, ਖੱਟੇ ਦੀ ਗੱਲ ਇੱਦਾਂ ਹੈ ਕਿ ਆਪਾਂ ਕੈਲਕੂਲੇਟ ਕਰਦੇ ਹਾਂ, ਮੋਟਾ ਕੈਲਕੂਲੇਟ ਕਰਦੇ ਹਾਂ। ਇੱਕ ਰਫ ਜਿਹਾ ਐਸਟੀਮੇਟ ਤੁਹਾਨੂੰ ਦੇਣਾ, ਤੁਹਾਨੂੰ ਆਈਡੀਆ ਹੋ ਜਾਏਗਾ ਕਿ ਜੋ ਆਰਥੋਡੋਕਸ ਟਾਈਪ ਦੀ ਆਪਾਂ ਖੇਤੀ ਕਰਦੇ ਹਾਂ, ਜੋ ਪੁਰਾਣੀ ਖੇਤੀ ਕਰਦੇ ਹਾਂ, ਕਣਕ ਲਗਾ ਲਈ, ਜੀਰੀ ਲਗਾ ਲਈ, ਗੰਨਾ ਲਗਾ ਲਿਆ, ਆਲੂ ਲਗਾ ਲਿਆ, ਉਹਦੇ 'ਚ ਸਾਨੂੰ ਕੀ ਮਾਰਜਨ ਹੁੰਦਾ ਹੈ, ਔਰ ਇੱਕ ਬਾਗਵਾਨੀ ਦਾ ਕੰਮ ਜਾਂ ਫਲਾਂ ਔਰ ਸਬਜ਼ੀਆਂ ਦਾ ਕੰਮ ਨਾਲ ਕੀ ਫਰਕ ਪੈਂਦਾ ਹੈ। ਆਪਾਂ ਇਹ ਕੈਲਕੂਲੇਸ਼ਨ ਕਰਨੀ ਹੈ, ਥੋੜ੍ਹੀ ਜਿਹੀ ਛੋਟੀ ਮੋਟੀ ਕੈਲਕੂਲੇਸ਼ਨ ਹੈ, ਜ਼ਿਆਦਾ ਮਤਲਬ ਗਹਿਰੀ ਕੈਲਕੂਲੇਸ਼ਨ ਨਹੀਂ। ਸੋ ਕੈਲਕੂਲੇਸ਼ਨ ਮੋਟੀ ਇਸ ਤਰ੍ਹਾਂ ਹੈ ਕਿ ਆਪਾਂ 1 ਮਿੰਟ ਵਾਸਤੇ ਕਣਕ ਦੀ ਫਸਲ ਲੈ ਲੈਂਦੇ ਹਾਂ, ਗੇਹੂੰ ਦੀ ਫਸਲ ਲੈ ਲੈਂਦੇ ਹਾਂ, ਗੰਦਮ ਦੀ ਫਸਲ ਜਿਹਨੂੰ ਆਪਾਂ ਕਹਿੰਦੇ ਹਾਂ, ਗੰਦਮ ਦੀ ਫਸਲ ਲੈ ਲਓ। ਸੋ ਕਣਕ ਦੀ ਜੋ ਫਸਲ ਆਪਾਂ ਲੈਂਦੇ ਹਾਂ ਉਹ 6 ਜਾਂ 7 ਮਹੀਨਿਆਂ ਤਿਆਰ ਹੁੰਦੀ ਹੈ। ਸੋ ਅੱਧਾ ਸਾਲ ਨਿਕਲ ਜਾਂਦਾ ਤੁਹਾਡਾ। ਅੱਧੇ ਸਾਲ ਦੇ ਵਿੱਚ ਤੁਸੀਂ ਸਾਰਾ ਕੁਝ ਕਰਦੇ ਹੋ ਔਰ ਉਹਦੇ ਬਾਅਦ ਜੋ ਤੁਹਾਨੂੰ ਝਾੜ ਆਉਂਦਾ ਹੈ, ਝਾੜ ਮਤਲਬ ਜਿੰਨਾ ਤੁਹਾਨੂੰ ਫਲ ਮਿਲਦਾ ਉਹਦਾ
ਬਈ ਕਿੰਨੀ ਕਣਕ ਹੁੰਦੀ ਹੈ। ਕਣਕ ਜਿਹੜੀ ਹੈ ਅਸੀਂ ਆਪੇ ਵੀ ਬਥੇਰੀਆਂ ਵਾਢੀਆਂ ਕੀਤੀਆਂ ਨੇ ਗਰਮੀਆਂ 'ਚ, ਤੂੜੀ ਵੀ ਢੋਈ ਹੈ, ਸਭ ਕੁਝ ਕੀਤਾ ਹੈ। ਅਤੇ ਕਣਕ ਜਿਹੜੀ ਹੈ ਉਹ 20 ਤੋਂ ਲੈ ਕੇ 25 ਕੁਇੰਟਲ ਦੇ ਵਿੱਚ ਹੁੰਦੀ ਹੈ। ਇੱਕ ਐਵਰੇਜ ਕਣਕ ਜਿਹੜੀ ਹੈ 20 ਤੋਂ 25 ਕੁਇੰਟਲ। 25 ਕੁਇੰਟਲ ਬਹੁਤ ਵਧੀਆ ਕਿਸੇ ਦੀ ਹੋਵੇ ਤਾਂ ਹੁੰਦੀ ਹੈ, ਅਦਰਵਾਈਜ਼ 18 ਤੋਂ 21 ਦੇ ਵਿੱਚ ਰਹਿੰਦੀ ਹੈ। ਆਪਾਂ 25 ਕੁਇੰਟਲ ਲਗਾ ਕੇ ਚੱਲਦੇ ਹਾਂ, ਜ਼ਿਆਦਾ ਤੋਂ ਜ਼ਿਆਦਾ ਲਗਾ ਕੇ ਚੱਲਦੇ ਹਾਂ 25 ਕੁਇੰਟਲ, ਠੀਕ ਹੈ ਜੀ। ਸੋ 25 ਕੁਇੰਟਲ ਤੁਸੀਂ ਕਣਕ ਕੀਤੀ ਜਿਹੜੀ ਕਿ ਬਹੁਤ ਵਧੀਆ ਹੋਈ, ਜਿਹਨੂੰ ਪਾਣੀ ਨਹੀਂ ਲੱਗਿਆ, ਕੋਈ ਮਰੀ ਨਹੀਂ ਕਣਕ, ਕੁਛ ਨਹੀਂ ਹੋਇਆ, ਉਹ 25 ਕੁਇੰਟਲ ਹੋਈ। ਔਰ ਰੇਟ ਹੈਗਾ 1300 ਤੋਂ ਲੈ ਕੇ 15, 1550, 1600, ਆਪਾਂ 2000 ਰੇਟ ਲਗਾਉਂਦੇ। ਸੋ 25 ਕੁਇੰਟਲ ਕਣਕ ਦਾ ਬਣਿਆ 50,000, ਠੀਕ ਹੈ ਜੀ। 50,000 ਚੋਂ ਤੁਸੀਂ ਛੋਟਾ ਜਿਹਾ ਖਰਚਾ ਲਗਾ ਕੇ ਤੁਸੀਂ 10 ਜਾਂ 15,000 ਰੁਪਈਆ ਕੱਢ ਦਿਓ ਵਿੱਚੋਂ। ਸੋ ਤੁਹਾਨੂੰ 6 ਮਹੀਨੇ ਦੇ ਵਿੱਚ ਬਚਦੇ ਨੇ, ਜੇ ਤੁਹਾਡੀ ਫਸਲ ਬਹੁਤ ਸ਼ਾਨਦਾਰ ਹੋਵੇ, ਤੇ 30 ਤੋਂ 35,000 ਰੁਪਏ, ਠੀਕ ਹੈ ਜੀ। ਹੁਣ ਇਹ ਕਣਕ ਦੀ ਫਸਲ ਦੀ ਗੱਲ ਕਰ ਰਹੇ ਹਾਂ ਆਪਾਂ, ਜਿਹੜੀ 6 ਮਹੀਨੇ ਦੀ ਗੱਲ, ਠੀਕ ਹੈ। ਸੋ 30 ਤੋਂ 35,000, 1 ਸਾਲ ਦੇ ਬਚੇ ਤੁਹਾਨੂੰ 70,000, 70,000 ਰੁਪਏ। ਓਕੇ, ਹੁਣ ਉਹੀ ਮੈਂ 1 ਕਿੱਲੇ ਦੀ ਕੈਲਕੂਲੇਸ਼ਨ ਤੁਹਾਨੂੰ ਦੱਸ ਰਿਹਾ, ਉਮੀਦ ਹੈ ਮੇਰੀ ਗੱਲ ਤੁਹਾਨੂੰ ਪਕੜ 'ਚ ਆਏਗੀ। ਹੁਣ ਜਿਹੜਾ ਅਸੀਂ ਪ੍ਰੋਜੈਕਟ ਲਗਾਇਆ, ਇਹ ਪ੍ਰੋਜੈਕਟ ਹੈਗਾ ਪਪੀਤੇ ਦੀ ਖੇਤੀ, ਪਪਾਇਆ, ਜਿਹਨੂੰ ਇੰਗਲਿਸ਼ ਪਪਾਇਆ ਕਹਿੰਦੇ ਆਪਾਂ। ਇਹਦੀ ਜਿਹੜੀ ਹਾਈਬ੍ਰਿਡ ਨਸਲ ਹੈ ਉਹ ਤਾਈਵਾਨ ਦੀ ਹੈ, 786 ਰੈਡ ਲੇਡੀ 786, ਇਹ ਤਾਈਵਾਨ ਦੀ ਨਸਲ ਹੈ। ਮੈਨੂੰ ਪਤਾ ਹੈ ਜਿਹੜੀ ਮੇਰੀ ਵੀਡੀਓ ਹੈ ਗਰੁੱਪ 'ਚੋਂ ਨਿਕਲ ਕੇ ਪੂਰੀ ਦੁਨੀਆ 'ਚ ਫੈਲ ਜਾਣੀ ਹੈ, ਮੈਨੂੰ ਇਸ ਚੀਜ਼ ਦਾ ਪਤਾ ਚੰਗੀ ਤਰ੍ਹਾਂ। ਸੋ ਮੈਨੂੰ ਬੜੀ ਖੁਸ਼ੀ ਹੈ, ਮੈਨੂੰ ਇਹ ਨਹੀਂ ਹੈ ਕਿ ਹਾਏ ਮੈਂ ਕੰਮ ਕਰਨ ਲੱਗਾ, ਉਹ ਮੇਰਾ ਕੰਮ ਤਾਂ ਬੰਦ ਹੀ ਹੋ ਜਾਏਗਾ ਜੇ ਕੋਈ ਹੋਰ ਕਰੇਗਾ। ਜਿੰਨੀ ਪਰਮਾਤਮਾ ਨੇ ਮੈਨੂੰ ਦੇਣੀ ਹੈ, ਉਹ ਮੇਰੇ ਹਿੱਸੇ ਦੀ ਮੈਨੂੰ ਹੀ ਦੇਣੀ ਹੈ, ਉਹ ਕਿਸੇ ਨੂੰ ਨਹੀਂ ਦੇਣੀ। ਅਤੇ ਜਿਹੜੀ ਕਿਸੇ ਦੇ ਹਿੱਸੇ ਦੀ ਹੈ, ਉਹ ਬਾਬੇ ਨੇ ਮੈਨੂੰ ਨਹੀਂ ਦੇਣੀ, ਠੀਕ ਹੈ ਨਾ ਜੀ। ਸੋ ਆਪਣੀ ਮਿਹਨਤ ਹੈ ਅਤੇ ਆਪਣਾ ਫਲ ਹੈ। ਦੋ ਭਰਾਵਾਂ ਦੀ ਫਸਲ ਖੜੀ ਹੁੰਦੀ ਹੈ, ਇੱਕ ਵਾਲੇ ਪਾਸੇ ਗੜੇ ਪੈ ਜਾਂਦੇ, ਦੂਜੇ ਪਾਸੇ ਵਾਲਾ ਬਚ ਜਾਂਦਾ। ਸੋ ਆਪਣਾ ਕਿਸਮਤ ਹੈ, ਇਹਦੇ 'ਚ ਕੋਈ ਕੁਛ ਨਹੀਂ ਕਰ ਸਕਦਾ। ਸੋ ਅੱਜ ਤੱਕ ਚੰਗੇ ਵਾਸਤੇ ਦੱਸਦੇ ਰਹੇ ਹਾਂ ਅਤੇ ਚੰਗੇ ਵਾਸਤੇ ਦੱਸਦੇ ਰਹਾਂਗੇ। ਇਹ ਕਨਸੈਪਟ ਵੀ ਮੈਂ ਇਸੇ ਕਰਕੇ ਲੈ ਕੇ ਆਇਆ ਕਿ ਆਪਣੇ ਵੀਰਾਂ ਦਾ ਭਲਾ ਹੋ ਸਕੇ। ਜਿਹੜਾ ਬਾਹਰ ਨੂੰ ਅਸੀਂ ਬੋਰੀਆ ਬਿਸਤਰਾ ਚੱਕਿਆ ਉਹਨੂੰ ਠੱਲ ਪੈ ਸਕੇ, ਔਰ ਅਸੀਂ ਥੋੜ੍ਹੀ ਜਿਹੀ ਮਿਹਨਤ ਕਰ ਲਈ ਨਾ, ਸਿਰਫ ਥੋੜ੍ਹੀ ਜਿਹੀ ਮਿਹਨਤ, 1-2 ਮਹੀਨਾ ਮਿਹਨਤ ਕਰਨੀ ਹੈ, ਸਿਰਫ 1-2 ਮਹੀਨੇ ਸਿਰਫ, ਬਸ। ਉਹਦੇ ਬਾਅਦ ਨਜ਼ਾਰੇ ਨਾ ਫਿਰ, ਠੀਕ ਹੈ। ਬਸ ਥੋੜ੍ਹਾ ਜਿਹਾ ਟਾਈਮ ਲਗਾਉਣਾ, ਉਹਦੇ ਬਾਅਦ ਫਿਰ ਨਜ਼ਾਰੇ। ਸੋ ਮੋਟੀ ਕੈਲਕੂਲੇਸ਼ਨ ਨਾਲ 70,000 ਰੁਪੀਜ਼ 1 ਸਾਲ ਦੇ ਵਿੱਚ ਤੁਸੀਂ ਕਣਕ ਕੱਢੀ, ਜੇ ਤੁਸੀਂ 2 ਫਸਲਾਂ ਲੈਂਦੇ ਹੋ ਜਿਹੜੀਆਂ ਕਿ ਹੁੰਦੀਆਂ ਨੇ। ਹੁਣ ਆਪਾਂ ਸੇਮ 1 ਕਿੱਲੇ ਦੇ ਵਿੱਚ ਅਗਰ ਤੁਸੀਂ 5 ਬਾਏ 5 ਫੁੱਟ, ਮਤਲਬ ਪੌਦੇ ਤੋਂ ਪੌਦੇ ਦੀ ਦੂਰੀ 5 ਫੁੱਟ ਰੱਖਦੇ ਹੋ, ਅਗਰ ਤੁਸੀਂ ਲਾਈਨ ਤੋਂ ਲਾਈਨ ਦੀ ਦੂਰੀ 5 ਫੁੱਟ ਜਾਂ 7 ਫੁੱਟ ਰੱਖਦੇ ਹੋ, ਤੁਹਾਡੀ ਇੱਛਾ ਹੈ। ਲੇਕਿਨ ਅਗਰ ਤੁਸੀਂ 9 ਫੁੱਟ ਰੱਖਦੇ ਹੋ, ਜਿਸ ਤਰ੍ਹਾਂ ਅਸੀਂ ਰੱਖੀ ਹੈ, ਅਸੀਂ ਪੌਦੇ ਤੋਂ ਪੌਦੇ ਦੀ ਦੂਰੀ 5 ਫੁੱਟ ਰੱਖੀ ਹੈ, ਲਾਈਨ ਤੋਂ ਲਾਈਨ ਦੀ ਦੂਰੀ ਜਿਹੜੀ ਹੈ ਉਹ 9 ਫੁੱਟ ਰੱਖੀ ਹੈ। 9 ਫੁੱਟ ਰੱਖਣ ਦਾ ਰੀਜ਼ਨ ਇਹ ਹੈ ਕਿ ਅਸੀਂ 1-2 ਮਹੀਨੇ ਬਾਅਦ ਉਹ ਜਿਹੜੀ ਖਾਲੀ ਜਗ੍ਹਾ ਵਿੱਚ ਪਈ ਹੈ, ਉਹ ਖਾਲੀ ਜਗ੍ਹਾ ਦੇ ਵਿੱਚ ਅਸੀਂ ਆਲੂ ਵੀ ਲਗਾਉਣੇ ਨੇ। ਸੋ ਇਹਨੂੰ ਕਹਿੰਦੇ ਨੇ ਮਲਟੀ ਕ੍ਰੋਪਿੰਗ ਸਿਸਟਮ। ਸੋ ਮਲਟੀ ਕ੍ਰੋਪ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਇੱਕੋ ਹੀ ਖੇਤ ਦੇ ਵਿੱਚ 2 ਫਸਲਾਂ ਐਟ ਅ ਟਾਈਮ ਲੈਂਦੇ ਹੋ, ਠੀਕ ਹੈ। ਲੇਕਿਨ ਸਾਡਾ ਦੇਖਿਆ ਜਾਏ ਤਾਂ ਇਹ ਮਲਟੀ ਕ੍ਰੋਪ ਤੋਂ ਵੀ ਜ਼ਿਆਦਾ ਹੈ, ਕਿਉਂਕਿ ਤੁਸੀਂ ਇੱਕ ਫਸਲ ਲੈਣੀ ਹੈ, ਉਹਦੇ ਬਾਅਦ ਦੂਜੀ ਲੈਣੀ ਹੈ, ਫਿਰ ਤੀਜੀ ਲੈਣੀ ਹੈ, ਫਿਰ ਚੌਥੀ ਲੈਣੀ ਹੈ। 4 ਫਸਲਾਂ, 3 ਜਾਂ 4 ਫਸਲਾਂ ਲੈਣ ਤੱਕ ਤੁਹਾਡੇ ਪਪੀਤੇ ਲੱਗੇ ਰਹਿਣਗੇ, ਤੁਹਾਨੂੰ ਫਲ ਦਿੰਦੇ ਰਹਿਣਗੇ, ਤੁਹਾਡਾ ਪੈਸਾ ਬਣਦਾ ਰਹੇਗਾ ਔਰ ਮੋਟਾ ਪੈਸਾ ਬਣੇਗਾ। ਹੁਣ ਆਪਾਂ ਬਰੀਕ ਕੈਲਕੂਲੇਸ਼ਨ ਚੱਲਦੇ ਹਾਂ। ਬਰੀਕ ਕੈਲਕੂਲੇਸ਼ਨ ਹੈ ਤਾਂ ਮੋਟੀ ਹੈ, ਇੰਨੀ ਬਰੀਕ ਵੀ ਨਹੀਂ ਹੈ ਕਿ 1 ਕਿੱਲੇ ਦੇ ਵਿੱਚੋਂ 1 ਸਾਲ ਦੀ ਕਣਕ ਦਾ ਤੁਸੀਂ 70,000 ਰੁਪਈਆ ਵਟਿਆ, 70,000 ਰੁਪਈਆ ਤੁਸੀਂ ਕਮਾਇਆ। ਅਤੇ ਹੁਣ ਆਪਾਂ ਜਿਹੜੀ ਕੈਲਕੂਲੇਸ਼ਨ ਕਰਨੀ ਹੈ ਉਹ ਖੇਤ ਦੇ ਵਿੱਚ ਪਪੀਤੇ ਦੀ ਹੈ। ਸੋ 5 ਬਾਏ 5 ਫੁੱਟ 'ਤੇ ਤੁਸੀਂ ਪਪੀਤਾ ਲਗਾਇਆ। ਵਿੱਚ ਅਗਰ ਤੁਸੀਂ ਕੋਈ ਹੋਰ ਖੇਤੀ ਕਰਨੀ ਹੈ, ਉਹ 2-3 ਟਾਈਪ ਦੀ ਖੇਤੀ ਕਰ ਸਕਦੇ ਹੋ। ਸਭ ਤੋਂ ਜਿਹੜੀ ਪ੍ਰੈਫਰੇਬਲ ਖੇਤੀ ਹੈ ਉਹ ਹੈਗੀ ਹੈ ਗੈਂਦੇ ਦਾ ਫੁੱਲ। ਗੈਂਦੇ ਦਾ ਫੁੱਲ ਸਾਰੇ ਵਿਗਿਆਨਿਕ ਕਹਿੰਦੇ ਨੇ ਕਿ ਜੇ ਤੁਸੀਂ ਪਪੀਤੇ ਦੀ ਖੇਤੀ ਕੀਤੀ ਹੈ ਅਤੇ ਵਿੱਚ ਅਗਰ ਤੁਸੀਂ ਕੁਝ ਲਗਾਉਣਾ ਹੈ ਤਾਂ ਗੈਂਦੇ ਦੇ ਫੁੱਲ ਲਗਾ ਲਓ, ਠੀਕ ਹੈ।
ਉਹਦੇ ਨਾਲ ਜਿਹੜਾ ਸਿਸਟਮ ਹੈ, ਇਮਿਊਨ ਸਿਸਟਮ ਜਿਹੜਾ ਹੈ ਜਾਂ ਜਿਹੜਾ ਰੂਟ ਸਿਸਟਮ ਹੈ ਉਹ ਵਧੀਆ ਰਹਿੰਦਾ ਹੈ, ਚੰਗਾ ਰਹਿੰਦਾ ਹੈ, ਠੀਕ ਰਹਿੰਦਾ ਹੈ। ਸੋ ਅਗਰ ਆਪਾਂ ਇੱਕ ਖੇਤ ਦੇ ਵਿੱਚ ਅਸੀਂ 800 ਬੂਟਾ ਲਾਇਆ, ਅਸੀਂ ਲੈਣਾ ਦੂਰ ਦੂਰ ਰੱਖੀਆਂ ਨੇ ਤਾਂ ਕਰਕੇ 800 ਲੱਗਾ, ਨਹੀਂ ਤਾਂ ਅਸੀਂ 1200-1300 ਬੂਟੇ ਲਗਾ ਸਕਦੇ ਸੀ। ਲੇਕਿਨ ਆਪਾਂ 1200-1300 ਬੂਟੇ ਦੀ ਗੱਲ ਨਹੀਂ ਕਰਨੀ, ਆਪਾਂ ਗੱਲ ਕਰਦੇ ਹਾਂ ਬੂਟੇ ਦੀ 1000 ਬੂਟੇ, ਠੀਕ ਹੈ ਜੀ। ਦੂਸਰੀ ਤੁਸੀਂ ਰਿਸਰਚ ਕੀ ਕਰਨੀ ਹੈ, ਤੁਸੀਂ ਆਪਣੇ ਏਰੀਏ ਦੇ ਵਿੱਚ ਜਾਣਾ ਹੈ, ਤੁਸੀਂ ਉੱਥੇ ਪਪੀਤੇ ਦਾ ਰੇਟ ਪਤਾ ਕਰਨਾ। ਪਪੀਤੇ ਦਾ ਰੇਟ ਤੁਹਾਨੂੰ ਮਿਲੇਗਾ 10 ਤੋਂ ਲੈ ਕੇ 15 ਰੁਪਏ ਪੇਂਡੂ ਏਰੀਏ ਦੇ ਵਿੱਚ। ਸੈਮੀ ਅਰਬਨ ਏਰੀਆ ਜਿੱਦਾਂ ਅੱਜ ਕੱਲ੍ਹ ਕਸਬੇ ਬਣ ਗਏ ਨੇ ਛੋਟੇ ਛੋਟੇ, ਉੱਥੇ ਮਿਲੇਗਾ ਤੁਹਾਨੂੰ 15 ਤੋਂ ਲੈ ਕੇ 22, 24, 25 ਰੁਪਏ ਤੱਕ। ਵੱਡੇ ਮੈਟਰੋਪੋਲੀਟਨ ਸਿਟੀ ਜਿੱਦਾਂ ਦਿੱਲੀ, ਬੈਂਗਲੋਰ, ਚੇਨਈ, ਵੱਡੇ ਸ਼ਹਿਰਾਂ ਦੇ ਵਿੱਚ ਮਿਲੇਗਾ ਤੁਹਾਨੂੰ 40 ਤੋਂ 60 ਰੁਪਏ ਕਿਲੋ। ਸੋ ਨਾ ਆਪਾਂ 60 ਲਗਾਉਣੇ, ਨਾ 40, ਨਾ 30, ਨਾ 20। ਆਪਾਂ ਜਿਹੜੀ ਕੈਲਕੂਲੇਸ਼ਨ ਕਰਨੀ ਹੈ ਉਹ ਮਿਨੀਮਮ ਟੂ ਮਿਨੀਮਮ ਪੈਸੇ ਦੀ ਕਰਨੀ ਹੈ। ਆਪਾਂ ਕਣਕ ਦੇ ਵਾਰੀ ਮੈਕਸਿਮਮ ਪੈਸਾ ਕਾਊਂਟ ਕੀਤਾ ਸੀ, ਅਤੇ ਆਪਾਂ ਪਪੀਤੇ ਦੇ ਵਾਰੀ ਮਿਨੀਮਮ ਬਈ ਜਦੋਂ ਅਸੀਂ ਵੇਚਾਂਗੇ ਸਾਨੂੰ ਘੱਟ ਤੋਂ ਘੱਟ ਕਿੰਨਾ ਰੇਟ ਮਿਲ ਸਕਦਾ ਹੈ। ਸੋ ਆਪਾਂ ਮਿਨੀਮਮ ਟੂ ਮਿਨੀਮਮ ਜਾ ਰਹੇ ਹਾਂ 10 ਰੁਪਏ ਕਿਲੋ। ਸੋ 10 ਰੁਪਏ ਕਿਲੋ ਆਪਾਂ ਮੰਨ ਕੇ ਚੱਲਦੇ ਹਾਂ। ਇਹ ਜਿਹੜਾ ਪੇੜ ਅਸੀਂ ਲਗਾਇਆ ਹੈ, ਜਿਹੜਾ ਰੈੱਡ ਲੇਡੀ 786 ਤਾਈਵਾਨ ਦੀ ਜਿਹੜੀ ਨਸਲ ਹੈ, ਇਹਦੇ ਉੱਪਰ ਜਿਹੜਾ ਫਰੂਟ ਹੈ, ਅਗਰ ਇਫ ਆਲ ਗੋਜ਼ ਵੈਲ, ਸਾਰਾ ਕੁਝ ਠੀਕ ਠਾਕ ਚੱਲੇ, ਤੁਸੀਂ ਸਹੀ ਟਾਈਮ 'ਤੇ ਇਹਨੂੰ ਦਵਾਈਆਂ ਦਿਓ, ਸਹੀ ਟਾਈਮ 'ਤੇ ਇਹਨੂੰ ਇਹਦੀ ਖੁਰਾਕ ਦਿਓ, ਸਹੀ ਟਾਈਮ 'ਤੇ ਪਾਣੀ ਦਿਓ, ਇਹਦੀ ਪੂਰੀ ਕੇਅਰ ਕਰੋ ਆਪਣੇ ਬੱਚੇ ਦੀ ਤਰ੍ਹਾਂ, ਅਤੇ 1 ਕੁਇੰਟਲ ਤੋਂ ਲੈ ਕੇ 1.5 ਕੁਇੰਟਲ ਫਲ ਲੱਗਦਾ ਹੈ। ਕੰਪਨੀ ਕਹਿੰਦੀ ਹੈ ਕਿ 1.5 ਕੁਇੰਟਲ ਤੱਕ ਫਲ ਲੱਗਦਾ ਹੈ। ਆਪਾਂ 1.5 ਕੁਇੰਟਲ ਵੀ ਨਹੀਂ ਲੈਣਾ, ਆਪਾਂ ਸਿਰਫ 1 ਕੁਇੰਟਲ ਫਲ ਲੈਣਾ ਕਿ 1 ਕੁਇੰਟਲ ਫਲ ਲੱਗੇਗਾ ਇੱਕ ਪੇੜ, ਠੀਕ ਹੈ ਜੀ। 1 ਕੁਇੰਟਲ ਮਤਲਬ 100 ਕਿਲੋ, ਠੀਕ ਹੈ ਜੀ। ਹੁਣ 1000 ਬੂਟੇ ਹੈ ਤੁਹਾਡੇ, 1000 ਪੌਦੇ ਨੇ ਖੇਤ ਦੇ ਵਿੱਚ, ਔਰ ਹਰ ਇੱਕ ਬੂਟੇ ਤੋਂ 100 ਕਿਲੋ ਫਰੂਟ ਉਤਰੇ ਮਿਨੀਮਮ। ਕੋਈ ख़राब हो गया, कोई डिग गया, कोई टह पिया, 100 किलो तो निकलेगा, कोई दिक्कत नहीं, क्योंकि ये नस्ल बहुत वधिया नस्ल है। सो 100 किलो फ्रूट का मतलब हो गया 1 किले दे विचों पूरे टर्म दे विच, अपनी पूरी लाइफ स्पैन दे विच तुहानू पपीता देगा 1 लाख किलो। 1 लाख किलो हो गया। 1 लाख किलो नू ਤੁਸੀਂ 10 ਨਾਲ ਗੁਣਾ ਕਰ ਲਓ। ਸੋ ਤੁਹਾਡੇ ਮੋਟੇ ਬਣ ਜਾਂਦੇ ਨੇ 10 ਲੱਖ ਰੁਪਏ, ਠੀਕ ਹੈ ਜੀ। ਇਹ ਤੁਸੀਂ ਸ਼ੇਖ ਚਿੱਲੀ ਕਹਿ ਲਓ, ਕੁਝ ਹੋਰ ਕਹਿ ਲਓ, ਇਹਨੂੰ ਜੋ ਮਰਜ਼ੀ ਕਹਿ ਲਓ, ਠੀਕ ਹੈ। ਇਹ ਅਸੀਂ ਮਿਨੀਮਮ ਤੋਂ ਮਿਨੀਮਮ ਰੇਟ ਲਗਾਇਆ। ਜੇ ਗਰਮੀਆਂ 'ਚ ਤੁਸੀਂ ਆਪ ਤੋੜ ਕੇ ਆਪ ਆਪਣੀ ਮਾਰਕੀਟਿੰਗ ਕਰਦੇ ਹੋ, ਤੁਸੀਂ 15, 20, 25, 30 ਰੁਪਏ ਵੇਚ ਸਕਦੇ ਹੋ। ਸੋ ਜੇ ਤੁਸੀਂ 20 ਰੁਪਏ ਵੇਚਦੇ ਹੋ ਤਾਂ 20 ਲੱਖ ਰੁਪਇਆ, ਠੀਕ ਹੈ ਜੀ। ਸੋ ਆਪਾਂ 10 ਰੁਪਏ ਦਾ ਰੇਟ ਰੱਖਿਆ, 1000 ਪੌਦਾ ਲਗਾਇਆ, 1.5 ਕੁਇੰਟਲ ਦੀ ਜਗ੍ਹਾ 100 ਕਿਲੋ 1 ਕੁਇੰਟਲ ਦੀ ਆਪਾਂ ਕੈਲਕੂਲੇਸ਼ਨ ਕੀਤੀ। ਸੋ ਇਹ ਜਿਹੜੀ ਕੈਲਕੂਲੇਸ਼ਨ ਹੈ ਇਹ ਤੁਹਾਡੀ ਹੋ ਗਈ ਟੋਟਲ 10 ਲੱਖ ਰੁਪਏ ਦੀ। 10 ਲੱਖ ਰੁਪਏ ਤੁਹਾਨੂੰ ਇਨਕਮ ਹੋਈ। ਇਹਦੇ ਵਿੱਚੋਂ ਖਰਚਾ ਮੋਟਾ ਮੈਂ ਤੁਹਾਨੂੰ ਦੱਸ ਦਿੰਦਾ। ਸੋ 25 ਰੁਪਏ ਦਾ ਇੱਕ ਪੌਦਾ ਹੈ, ਠੀਕ ਹੈ ਜੀ। ਸੋ 25,000 25-30,000 ਰੁਪਏ ਜਿਹੜੇ ਤੁਹਾਡੇ ਇੱਕ ਖੇਤ ਵਾਸਤੇ ਤੁਹਾਡਾ ਖਰਚਾ ਹੋਇਆ ਪੌਦਿਆਂ ਦਾ, 25-30,000 ਰੁਪਏ। ਉਹਦੇ ਬਾਅਦ ਖਾਦਾਂ ਖੂਦਾਂ ਤੇ ਤੁਹਾਡਾ ਲੱਗ ਗਿਆ 10-15-20,000 ਰੁਪਇਆ ਹੋਰ, ਠੀਕ ਹੈ। ਸੋ 25 ਤੇ 25 ਲਗਾ ਲਓ, ਹੋਰ 50,000 ਰੁਪਏ। 50,000 ਰੁਪਏ ਤੁਹਾਡਾ ਖਰਚਾ ਹੋਇਆ। ਤੇ ਪਪੀਤੇ ਦਾ ਬੂਟਾ ਇੱਕ ਇਹੋ ਜਿਹੀ ਚੀਜ਼ ਹੈ ਕਿ ਅੱਜ ਤੁਸੀਂ ਲਗਾਓਗੇ 8ਵੇਂ ਮਹੀਨੇ ਤੋਂ ਇਹਨੂੰ ਫਲ ਆਉਣਾ ਸ਼ੁਰੂ ਹੋ ਜਾਏਗਾ। ਫੁੱਲ ਲੱਗਣਗੇ, ਫਲ ਲੱਗਣਗੇ, ਫੁੱਲ ਲੱਗਣਗੇ, ਫਲ ਲੱਗਣਗੇ। ਜਿੱਦਾਂ ਫਲ ਨੀਚੇ ਆਉਂਦੇ ਰਹਿਣਗੇ, ਨੀਚੇ ਵਾਲੀ ਲਾਈਨ ਤੁਸੀਂ ਤੋੜਦੇ ਰਹਿਣਾ, ਸੇਲ ਆਊਟ ਕਰਦੇ ਰਹਿਣਾ, ਨੀਚੇ ਵਾਲੀ ਲਾਈਨ ਤੋੜਦੇ ਰਹਿਣਾ, ਸੇਲ ਆਊਟ ਕਰਦੇ ਰਹਿਣਾ। ਕਿਉਂਕਿ ਆਪਣੇ ਘਰਾਂ 'ਚ ਤਾਂ ਇੱਕ ਅੱਧਾ ਲੱਗਿਆ ਹੁੰਦਾ, ਲੇਕਿਨ ਜਦੋਂ ਤੁਸੀਂ 1000 ਬੂਟੇ ਦੀ ਨੀਚੇ ਵਾਲੀ ਲਾਈਨ ਤੋੜੋਗੇ ਤਾਂ ਤੁਸੀਂ ਦੇਖੋ ਕਿ ਤੁਹਾਡਾ ਕਿੰਨਾ ਫਰੂਟ ਹੋ ਜਾਏਗਾ, ਹੈ ਨਾ।
ਸੋ ਉਹਨੂੰ ਤੁਸੀਂ ਲੋਕਲ ਮੰਡੀ ਦੇ ਵਿੱਚ ਵੀ ਵੇਚ ਸਕਦੇ ਹੋ। ਆਪਣਾ ਕੈਂਟਰ ਮੰਗਾਓ 407 608 ਜਿਹੜੀ ਵੀ ਹੈਗੀ ਅੱਜ ਕੱਲ੍ਹ ਆਇਸ਼ਰ, ਉਹ ਮੰਗਾਓ। ਉਹਦੇ ਵਿੱਚ ਪੈਕਿੰਗ ਦਾ ਜਦੋਂ ਟਾਈਮ ਆਏਗਾ ਤੁਹਾਨੂੰ ਦੱਸ ਦਾਂਗੇ ਕਿੱਦਾਂ ਪੈਕਿੰਗ ਹੁੰਦੀ ਹੈ ਉਹਦੀ। ਉੱਦਾਂ ਪੈਕਿੰਗ ਕਰਕੇ ਆਲਰੇਡੀ ਆੜਤੀ ਨਾਲ ਗੱਲ ਕਰਕੇ ਤੁਸੀਂ ਵੇਚ ਸਕਦੇ ਹੋ। ਠੀਕ ਹੈ ਜੀ। ਸੋ ਫ਼ਰਕ ਕੀ ਹੋਇਆ ਹੁਣ ਆਪਾਂ ਫ਼ਰਕ ਦੀ ਗੱਲ ਕਰਦੇ ਹਾਂ ਕਿ 1 ਕਿੱਲੇ ਦੇ ਵਿੱਚੋਂ 1 ਸਾਲ ਦੇ ਵਿੱਚ ਤੁਸੀਂ ਕਮਾਇਆ 70,000 ਰੁਪਈਆ, ਅਤੇ 1 ਕਿੱਲੇ ਦੇ ਵਿੱਚ 50,000 ਰੁਪਈਆ ਲਗਾ ਕੇ ਤੇ ਤੁਸੀਂ 18 ਮਹੀਨਿਆਂ ਦੇ ਵਿੱਚ ਕਮਾਇਆ ਟੋਟਲ 18 ਮਹੀਨੇ ਟੋਟਲ ਇਹਦੀ ਫਸਲ ਮੋਟਾ ਲਗਾ ਕੇ ਚੱਲੋ ਕਿ 9ਵੇਂ ਮਹੀਨੇ ਤੋਂ ਤੁਹਾਡਾ ਫਰੂਟ ਉਤਰਨਾ ਸ਼ੁਰੂ ਹੋ ਗਿਆ ਔਰ 7-8 ਮਹੀਨੇ ਤੁਹਾਡਾ ਫਰੂਟ ਜਿਹੜਾ ਉਹ ਜਾਂਦਾ ਰਹੇਗਾ। ਸੋ ਤੁਸੀਂ 10-20 ਲੱਖ ਰੁਪਈਆ ਜਿਹੜਾ ਉਹ ਅਗਰ 10 ਰੁਪਏ ਦੇ ਹਿਸਾਬ ਨਾਲ ਗਿਆ ਤੇ 10 ਲੱਖ, ਜੇ 20 ਦੇ ਹਿਸਾਬ ਨਾਲ ਗਿਆ ਤੇ 20 ਲੱਖ ਰੁਪਏ। ਸੋ ਇਹ ਮੋਟੀ ਕੈਲਕੂਲੇਸ਼ਨ ਹੈ, ज़्यादा ਬਰੀਕ ਕੈਲਕੂਲੇਸ਼ਨ ਜਿੰਨੀ ਕਿ ਮੈਂ ਦੱਸ ਸਕਦਾ ਜੀ ਉਹ ਵੀ ਮੈਂ ਕਰਕੇ ਦਿਖਾਈਏ। ਇਹਦੇ ਵਿੱਚ ਮੇਰੀ ਕੈਲਕੂਲੇਸ਼ਨ ਕਿਤੇ ਗਲਤ ਹੋਵੇ ਤਾਂ ਮੈਨੂੰ ਜ਼ਰੂਰ ਦੱਸਿਓ। ਬਟ ਮੈਨੂੰ ਲੱਗਦਾ ਕਿ ਅਗਰ ਅਸੀਂ ਆਰਥੋਡਾਕਸ ਟਾਈਪ ਦੀ ਜਿਹੜੀ ਖੇਤੀ ਕਰਦੇ ਹਾਂ, ਪਾਰੰਪਰਿਕ ਜਿਹਨੂੰ ਖੇਤੀ ਕਹਿੰਦੇ ਆਪਾਂ, ਅਗਰ ਉਹ ਆਪਾਂ ਛੱਡ ਦਈਏ, ਅਗਰ ਆਪਣੇ ਕੋਲ ਜ਼ਮੀਨ ਵੀ ਨਹੀਂ ਹੈ, ਅਗਰ ਆਪਾਂ 2 ਕਿੱਲੇ ਜ਼ਮੀਨ ਲੈ ਕੇ ਤੇ 5-7 ਮਹੀਨੇ ਮਿਹਨਤ ਕਰਕੇ ਤੇ ਟਿਕੇ ਰਹੀਏ, ਫਿਰ ਵੀ ਤੁਸੀਂ ਸਕਸੈਸ ਹੋ ਸਕਦੇ ਹੋ। ਇਸ ਤੋਂ ਇਲਾਵਾ 2 ਖੇਤੀਆਂ ਹੋਰ ਨੇ ਜਿਨ੍ਹਾਂ 'ਤੇ ਇਸ ਟਾਈਮ ਰਿਸਰਚ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ, ਉਹਦੀਆਂ ਮੰਡੀਆਂ ਲੱਭੀਆਂ ਜਾ ਰਹੀਆਂ ਨੇ, ਉਹਨਾਂ ਦੇ ਬਾਰੇ ਰਿਸਰਚ ਜਿਹੜੀ ਆ ਉਹ ਪੜ੍ਹਾਈ ਲਿਖਾਈ ਜੋ ਵੀ ਆ ਉਹ ਇਸ ਟਾਈਮ ਕੀਤੀ ਜਾ ਰਹੀ ਹੈ। ਅਗਰ ਗੁਰੂ ਮਹਾਰਾਜ ਨੇ ਚਾਹਿਆ ਇਹ ਜਿਹੜਾ ਆਈਡੀਆ ਅਸੀਂ ਲੈ ਕੇ ਚੱਲੇ ਆ, ਇਹ ਅਗਰ ਕਲਿੱਕ ਹੋ ਗਿਆ ਤੇ ਗੁਰੂ ਮਹਾਰਾਜ ਬਹੁਤ ਕਿਰਪਾ ਕਰਨਗੇ, ਇਹਨੂੰ ਐਕਸਪੈਂਡ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ 100 ਕਿੱਲੇ ਤੋਂ ਉੱਪਰ ਲੈ ਕੇ ਜਾਵਾਂਗੇ। ਠੀਕ ਹੈ ਜੀ। ਤੇ ਤੁਹਾਨੂੰ ਵੀ ਜਿਸ ਤਰ੍ਹਾਂ ਅਪਡੇਟ ਹੁੰਦੀ ਰਹੇਗੀ, ਜਿਸ ਤਰ੍ਹਾਂ ਅਸੀਂ ਇਸ ਫੀਲਡ 'ਚ ਅੱਗੇ ਵਧਾਂਗੇ ਤੁਹਾਨੂੰ ਅਪਡੇਟ ਕਰਾਂਗੇ ਔਰ ਇਸ ਚੀਜ਼ ਨੂੰ ਦੇਖਾਂਗੇ ਕਿ ਇਹ ਕੰਮ ਕੀਤਾ ਜਾ ਸਕੇ। ਔਰ ਆਉਣ ਵਾਲੇ ਟਾਈਮ 'ਚ ਅਗਰ ਪਰਮਾਤਮਾ ਨੇ ਕਿਰਪਾ ਕੀਤੀ, ਅਸੀਂ ਸਕਸੈਸ ਹੋਏ ਇਸ ਕੰਮ ਦੇ ਵਿੱਚ, ਬੇਸ਼ੱਕ ਸਾਨੂੰ ਪਤਾ ਹੈ ਕਿ ਥੋੜ੍ਹੇ ਸਟਾਰਟਿੰਗ ਦੇ ਵਿੱਚ ਸਾਡਾ ਜਿਹੜਾ ਹੈ ਉਹ ਪੈਸਾ ਸ਼ਾਇਦ ਸਾਨੂੰ ਇੰਨਾ ਨਾ ਬਣੇ, ਥੋੜ੍ਹਾ ਘੱਟ ਬਣ ਜਾਏਗਾ, ਕੋਈ ਗੱਲ ਨਹੀਂ, ਕਿਉਂਕਿ ਮੈਂ ਇਹ ਸੋਚ ਕੇ ਚੱਲ ਰਿਹਾ ਕਿ ਜੋ ਮੈਂ ਪੈਸਾ ਲਗਾਇਆ ਉਹ ਡੁੱਬ ਜਾਣਾ, ਕੋਈ ਗੱਲ ਨਹੀਂ, ਲੇਕਿਨ ਮਿਹਨਤ ਇਸ ਤਰੀਕੇ ਨਾਲ ਕਰ ਰਹੇ ਹਾਂ ਕਿ ਉਹ ਡੁੱਬੇ ਨਹੀਂ, ਉਹ ਕਈ ਗੁਣਾ ਹੋ ਕੇ ਮਿਲੇ। ਮਿਹਨਤ ਜਿਹੜੀ ਹੈ ਉਹ ਜਾਰੀ ਹੈ। ਵਿਕਾਸ ਬਾਈ ਨੂੰ ਸਲੂਟ ਹੈ, ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਹੈ ਉਹ ਇਸ ਕੰਮ 'ਚ ਲੱਗੇ ਨੇ। ਉਹਨਾਂ ਨੇ ਆਪਣੀ ਜ਼ਮੀਨ ਸਾਰੀ ਜਿਹੜੀ ਆ ਉਹ ਠੇਕੇ 'ਤੇ ਦੇ ਦਿੱਤੀ ਸੀ, ਉਹਦੇ ਬਾਵਜੂਦ ਉਹਨਾਂ ਨੇ ਵਾਪਸ ਲੈ ਕੇ ਦੁਬਾਰਾ ਸਾਰਾ ਕੰਮ ਨਵੇਂ ਸਿਰੇ ਤੋਂ ਜੋੜਿਆ, ਦਿਨ ਰਾਤ ਕਰਕੇ ਮਿਹਨਤ ਕਰਕੇ, ਤੇ ਉਹ ਕਰ ਰਹੇ ਨੇ। ਸਵੇਰੇ 5 ਵਜੇ ਚਲੇ ਜਾਂਦੇ ਨੇ ਖੇਤਾਂ ਨੂੰ, ਸ਼ਾਮ ਨੂੰ 7-8 ਵਜੇ 9 ਵਜੇ 10 ਵਜੇ ਆ ਰਹੇ ਨੇ। ਔਰ ਇਹ ਥੋੜ੍ਹੇ ਜਿਹੇ ਟਾਈਮ ਦਾ ਜਦੋਂ ਇੱਕ ਵਾਰ ਬੂਟਾ ਜਿਹੜਾ ਹੈ ਉਹ ਹੋਰ 10-20 ਦਿਨਾਂ ਨੂੰ ਆਪਣੇ ਪੈਰਾਂ ਸਿਰ ਹੋ ਗਿਆ, ਖੜਾ ਹੋ ਗਿਆ ਸਿੱਧਾ ਬਿਲਕੁਲ ਠੀਕ ਠਾਕ, ਉਹਦੇ ਬਾਅਦ ਫਿਰ ਇੰਨੀ ਜਿਹੜੀ ਕੇਅਰ ਹੈ ਉਹ ਨਹੀਂ ਕਰਨੀ ਪਏਗੀ। ਉਹਦੇ ਬਾਅਦ 5-7 ਮਹੀਨੇ ਆਰਾਮ ਨਾਲ ਨੇ, ਬਸ ਤੁਸੀਂ ਟਾਈਮ ਸਿਰ ਉਹਨੂੰ ਪਾਣੀ ਦੇਣਾ, ਟਾਈਮ ਸਿਰ ਖਾਦ ਦਵਾਈਆਂ ਜੋ ਵੀ ਨੇ ਉਹ ਸਾਰਾ ਚਾਰਟ ਹੈ ਆਪਣੇ ਕੋਲ। ਔਰ ਅਸੀਂ ਜੋ ਹੈ ਉਹ ਅਸੀਂ ਕੰਟਰੈਕਟ ਖੇਤੀ ਕੀਤੀ ਹੈ। ਕੰਟਰੈਕਟ ਖੇਤੀ ਮਤਲਬ ਜਿਨ੍ਹਾਂ ਕੋਲੋਂ ਅਸੀਂ ਪੌਦ ਲਈ ਹੈ ਉਹ ਹੀ ਸਾਰਾ ਫਰੂਟ ਖਰੀਦਣਗੇ ਮੰਡੀ ਦੇ ਰੇਟ ਦੇ ਹਿਸਾਬ ਨਾਲ, ਜੋ ਉਸ ਦੀ ਮੰਡੀ 'ਚ ਰੇਟ ਹੋਏਗਾ। ਉਹਨਾਂ ਨੇ ਕਮਿਟਮੈਂਟ ਕੀਤੀ ਹੈ ਸਾਡੇ ਨਾਲ ਇਹ। ਬਟ ਕੱਲ੍ਹ ਨੂੰ ਅਗਰ ਉਹ ਨਹੀਂ ਆਉਂਦੇ, ਅਗਰ ਕੱਲ੍ਹ ਨੂੰ ਉਹ ਫਰੂਟ ਲੈਣ ਨਹੀਂ ਆਉਂਦੇ, ਤੇ ਉਹਦਾ ਵੀ ਅਸੀਂ ਅਲਟਰਨੇਟ ਜਿਹੜਾ ਹੈ ਉਹ ਕੱਢਾਂਗੇ ਅੱਗੋਂ ਵੀ। ਤੇ ਬਾਕੀ ਉਹਨਾਂ ਨੂੰ ਆਪਾਂ ਹਿੱਲਣ ਨਹੀਂ ਦੇਣਾ ਇਸ ਗੱਲ ਤੋਂ, ਕਿਉਂਕਿ ਪੌਦ ਉਹਨਾਂ ਤੋਂ ਲਈ ਹੈ ਔਰ ਕੰਟਰੈਕਟ ਸਾਈਨ ਕੀਤਾ ਹੈ ਕਿ ਉਹ ਜਿਹੜਾ ਫਰੂਟ ਖਰੀਦਣਗੇ ਤੇ ਉਹ ਫਰੂਟ ਖਰੀਦਣਗੇ। ਬਾਕੀ ਬੰਦੇ ਨੂੰ ਅੰਦਰੋਂ ਇੰਟਰਨਲੀ ਵਰਸਟ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ, ਮਾੜੇ ਹਾਲਾਤਾਂ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਸੋ ਉਹ ਆਪਾਂ ਆਲਰੇਡੀ ਪ੍ਰੀਪੇਅਰਡ ਆ। ਤੇ ਇਹ ਇੱਕ ਜਿਹੜਾ ਕਨਸੈਪਟ ਅੱਜ ਤੁਹਾਨੂੰ ਦੱਸਿਆ, ਇਸ ਤੋਂ ਇਲਾਵਾ 2 ਕਨਸੈਪਟ ਹੋਰ ਨੇ, ਸੇਮ ਅਲੱਗ-ਅਲੱਗ ਖੇਤੀਆਂ ਦੇ ਨੇ, ਅਲੱਗ ਟਾਈਪ ਦੀ ਖੇਤੀ ਦੇ ਕਨਸੈਪਟ ਨੇ, ਲੇਕਿਨ ਉਹਨਾਂ 'ਤੇ ਫਿਲਹਾਲ ਪੜ੍ਹਾਈ ਲਿਖਾਈ ਰਿਸਰਚ ਚੱਲ ਰਹੀ ਹੈ। ਸਾਰੀ ਗੱਲਬਾਤ ਪਤਾ ਕੀਤਾ ਜਾ ਰਿਹਾ, ਕਿੰਨੇ ਦਾ ਬੀਜ ਹੈ, ਕਿੱਥੋਂ ਮਿਲੇਗਾ, ਕਿੰਨੇ ਟਾਈਮ ਖੇਤੀ ਹੁੰਦੀ ਹੈ, ਕਿੰਨਾ ਟਾਈਮ ਲੱਗਦਾ, ਕਿੰਨੀ ਵਾਰ ਪਾਣੀ ਦੇਣਾ, ਕਿੰਨੀ ਵਾਰ ਖਾਦ ਦੇਣਾ। ਸੋ ਜੋ ਬਰੀਕ ਚੀਜ਼ਾਂ ਨੇ ਉਹ ਇਸ ਟਾਈਮ ਪੜ੍ਹੀਆਂ ਲਿਖੀਆਂ ਜਾ ਰਹੀਆਂ ਨੇ। ਆਪਣੀ ਕੰਮ ਦੇ ਵਿੱਚੋਂ ਮੈਂ ਡਰਾਈਵ ਵੀ ਕਰਦਾ, ਮੈਂ ਤੁਹਾਡੇ ਸਾਰਿਆਂ ਦੇ ਕੁਐਸਚਨ ਦੇ ਜਵਾਬ ਵੀ ਦਿੰਦਾ। ਉਹਦੇ ਬਾਅਦ ਮੈਂ ਆਹ ਜਿਹੜਾ ਕੰਮ ਹੈ ਇਹ ਵੀ ਕਰ ਰਿਹਾ ਔਰ ਕੋਸ਼ਿਸ਼ ਕਰ ਰਹੇ ਕਿ ਕਿਹੋ ਜਿਹਾ ਐਗਜ਼ਾਮਪਲ ਸੈੱਟ ਕੀਤਾ ਜਾਏ
ਕਿ ਬਹੁਤੇ ਵੀਰਾਂ ਦੀ ਬਹੁਤ ਹੈਲਪ ਹੋ ਸਕੇ। ਸੋ ਉਮੀਦ ਹੈ ਜਿਹੜੇ ਵੀਰ ਮਿਹਨਤੀ ਨੇ, ਜਿਹੜੇ ਜਿਨ੍ਹਾਂ ਕੋਲ ਜ਼ਮੀਨ ਹੈਗੀ ਹੈ, ਉਹ ਇਹ ਕੰਮ ਆਪਣੇ ਏਰੀਏ ਦੇ ਵਿੱਚ ਕਰ ਸਕਦੇ ਆ। ਇਹ ਵੀਡੀਓ ਨੂੰ ਤੁਸੀਂ ਇੱਕ ਮਾਸਟਰਪੀਸ ਸਮਝ ਕੇ ਰੱਖ ਲਿਓ। ਇਹ ਤੁਹਾਨੂੰ ਹਮੇਸ਼ਾ ਕੰਮ ਆਏਗਾ। ਜਦੋਂ ਤੁਹਾਡਾ ਮੋਰਲ ਡਾਊਨ ਹੋਏਗਾ ਤੁਹਾਨੂੰ ਇਹ ਚੀਜ਼ ਯਾਦ ਆਏਗੀ। ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਤੁਸੀਂ ਆਪ ਵੀ ਕਰਿਓ। ਵੀ ਜੱਟਾਂ ਦਾ ਹਿਸਾਬ ਕਿਤਾਬ ਇਹੋ ਜਿਹਾ ਹੀ ਹੁੰਦਾ ਮੋਟਾ ਮੋਟਾ। ਤੇ ਇੱਕ ਵਾਰ ਤੁਸੀਂ ਆਪ ਵੀ ਕੈਲਕੂਲੇਸ਼ਨ ਕਰਕੇ ਦੇਖ ਲਿਓ, ਬਰੀਕ ਕੈਲਕੂਲੇਸ਼ਨ ਪੂਰੀ ਸਭ ਕਰਕੇ ਦੇਖਿਓ। ਔਰ ਆਉਣ ਵਾਲੇ ਟਾਈਮ 'ਚ ਗੁਰੂ ਮਹਾਰਾਜ ਨੇ ਚਾਹਿਆ, ਅਗਰ ਸਾਡਾ ਪਹਿਲਾ ਜੋ ਪਾਇਲਟ ਪ੍ਰੋਜੈਕਟ ਹੈ ਇਹ ਕਲਿੱਕ ਕਰ ਗਿਆ, ਇਹ ਸਕਸੈਸ ਅਸੀਂ ਹੋ ਗਏ, ਤੇ ਫਿਰ ਆਪਾਂ ਆਪਣੇ ਗਰੁੱਪ ਵਾਲੇ ਵੀਰਾਂ ਨੂੰ ਵੀ ਜੋਬ ਦੇਵਾਂਗੇ ਆਪਣੇ ਫਾਰਮਸ ਦੇ ਵਿੱਚ। ਹਾਲਾਂਕਿ ਇਹ ਬੜੀਆਂ ਵੱਡੀਆਂ ਗੱਲਾਂ ਨੇ, ਲੇਕਿਨ ਜੇ ਬੰਦਾ ਮਿਹਨਤ ਕਰੇ ਤਾਂ ਸਭ ਕੁਝ ਕੀਤਾ ਜਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਲੇਕਿਨ ਇਹ ਹੈ ਕਿ ਇੱਕ ਟ੍ਰੈਂਡ ਜਿਹੜਾ ਨਾ ਉਹ ਇਸਟੈਬਲਿਸ਼ ਹੋ ਜਾਏਗਾ ਕਿ ਬੰਦਾ ਕੈਨੇਡਾ ਤੋਂ ਵਾਪਸ ਆ ਕੇ ਇਹ ਕੰਮ ਕਰ ਰਿਹਾ, ਤੇ ਅਸੀਂ ਵੀ ਕਰ ਸਕਦੇ ਹਾਂ ਜਿਹੜੇ ਇੱਥੇ ਹਾਂ। ਠੀਕ ਹੈ, ਕੈਨੇਡਾ ਦੇ ਬਹੁਤ ਪਲੱਸ ਪੁਆਇੰਟ ਨੇ, ਲੇਕਿਨ ਕਈ ਨੈਗੇਟਿਵ ਵੀ ਨੇ। ਉਹ ਜਦੋਂ ਬੰਦਾ ਇੱਥੇ ਆ ਜਾਂਦਾ ਨਾ 5-7 ਸਾਲ ਲਗਾ ਲੈਂਦਾ, ਫਿਰ ਉਹਨੂੰ ਹੌਲੀ ਹੌਲੀ ਸਮਝ ਆਉਣੇ ਸ਼ੁਰੂ ਹੁੰਦੇ ਨੇ। ਪਹਿਲਾਂ ਨਹੀਂ ਹੁੰਦੇ, ਕਿਉਂਕਿ ਪਹਿਲਾਂ ਉਹਦੇ ਦਿਮਾਗ 'ਤੇ ਭੂਤ ਚੜਿਆ ਹੁੰਦਾ ਕੈਨੇਡਾ ਜਾਣਾ ਕੈਨੇਡਾ ਜਾਣਾ। ਉਹ ਜਦੋਂ 5-7 ਸਾਲ ਲਗਾ ਲੈਂਦਾ, ਜਾਂ ਤਾਂ ਫਿਰ ਉਹ ਬਸ ਮੱਥਾ ਮਾਰੀ ਜਾਂਦਾ ਇੱਥੇ ਹੀ, ਬਸ ਠੀਕ ਆ ਹੁਣ ਟਰੱਕ ਹੀ ਚਲਾਉਣਾ ਸਾਰੀ ਉਮਰ ਘੁੰਮ ਕਰੀ ਜਾਓ, ਉਹਦਾ ਕੋਈ ਫਾਇਦਾ ਨਹੀਂ। ਲੇਕਿਨ ਅਗਰ ਤੁਸੀਂ ਸੋਚਿਆ ਕਿ ਹਾਂ ਭਾਈ ਮੈਂ ਜਿੱਥੇ ਆ ਗਿਆ, ਆਉਣਾ ਚਾਹੁੰਦਾ ਸੀ, ਮੈਂ ਆ ਗਿਆ, ਮੈਂ PR ਲੈਣੀ ਸੀ, PR ਲੈ ਲਈ, ਹੁਣ ਜਿਹੜੀ ਧਰਤੀ ਨੇ ਜੰਮਿਆ ਪਾਲਿਆ ਉਹਦਾ ਵੀ ਕੋਈ ਕਰਜ਼ਾ ਲਾਣਾ ਹੈ। ਉੱਥੇ ਜਿਹੜੇ ਸਾਡੇ ਵੀਰ ਭਰਾ ਵਸਦੇ ਨੇ, ਸਾਰੇ ਤਾਂ ਕੈਨੇਡਾ ਨਹੀਂ ਆ ਸਕਦੇ, ਉਹਨਾਂ ਦਾ ਉੱਥੇ ਕਿੱਦਾਂ ਕੈਨੇਡਾ ਜਿਹੜਾ ਉਹ ਬਣਾਇਆ ਜਾ ਸਕੇ, ਇਸ ਚੀਜ਼ 'ਤੇ ਫੋਕਸ ਕਰਨ ਦੀ ਲੋੜ ਹੈ। ਸਾਰੇ ਬਿਹਾਰੀ ਸਾਡੇ ਜਿਹੜੇ UP ਵਾਲੇ ਵੀਰ ਭਰਾ ਨੇ, ਉਹ ਮਾੜੇ ਟਾਈਮ ਦੇ ਮਾਰੇ ਸਾਰੇ ਵਾਪਸ ਗਏ ਨੇ। ਅਸੀਂ ਉਹਨਾਂ ਨੂੰ ਕੋਸਦੇ ਰਹਿੰਦੇ ਸੀ, ਬਿਹਾਰੀ ਆ ਗਏ ਰੋਜ਼ਗਾਰ ਖਾ ਗਏ। ਹੁਣ ਉਹ ਸਾਰੇ ਘਰਾਂ ਨੂੰ ਵਾਪਸ ਗਏ ਨੇ। ਕਰੋ ਰੋਜ਼ਗਾਰ, ਨਿਕਲੋ ਘਰੋਂ ਬਾਹਰ, ਕਰੋ। ਠੀਕ ਹੈ, ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ, ਸਾਰੇ ਕੰਮ ਬੰਦੇ ਨੂੰ ਕਰਨੇ ਚਾਹੀਦੇ ਆ। ਸੋ ਅਸੀਂ ਵੀ ਆਪਣੀ ਜ਼ਿੰਦਗੀ ਪਤਾ ਨਹੀਂ ਕੀ ਕੀਤਾ। ਸੋ ਇਹ ਇੱਕ ਮੌਕਾ, ਇੱਕ ਗਾਈਡਲਾਈਨ ਇਹੋ ਜਿਹੀ ਹੈ ਕਿ ਅਗਰ ਮੈਨੂੰ ਕੋਈ ਪਹਿਲਾਂ ਗਾਈਡ ਕਰਦਾ ਤਾਂ ਸ਼ਾਇਦ ਮੈਂ ਆਉਂਦਾ ਹੀ ਨਹੀਂ। ਲੇਕਿਨ ਕਈ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਤੁਹਾਨੂੰ ਕਿਸਮਤ ਜਿੱਧਰ ਨੂੰ ਲੈ ਜਾਂਦੀ ਹੈ। ਲੇਕਿਨ ਇੱਕ ਟਰੈਂਡ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਪੂਰੀ, ਕਿ ਇੱਕ ਇਹੋ ਜਿਹਾ ਮੈਂ ਸੈਟਅਪ ਕਰ ਸਕਾਂ ਕਿ ਜਿਹੜੇ ਪੰਜਾਬੀ ਨੇ ਮੇਰੇ ਵੀਰ ਭਰਾ, ਜਿਨ੍ਹਾਂ ਕੋਲ ਜ਼ਮੀਨ ਨਹੀਂ ਵੀ ਹੈ, ਮੈਂ ਉਹਨਾਂ ਦੀ ਗੱਲ ਕਰ ਰਿਹਾ ਮੋਸਟਲੀ, ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ, ਉਹ ਕਹਿਣਗੇ ਭਾਈ ਸਾਡੇ ਕੋਲ ਤਾਂ ਜ਼ਮੀਨ ਨਹੀਂ, ਅਸੀਂ ਕੀ ਕਰੀਏ। ਬਈ ਤੁਸੀਂ ਉਂਝ ਵੀ ਤਾਂ ਲੱਖ ਰੁਪਈਆ ਲਗਾਉਣਾ ਨਾ, ਲੱਖ 2 ਲੱਖ 3 ਲੱਖ ਰੁਪਈਆ ਲਗਾਉਣਾ ਬਾਹਰ ਜਾਣ ਵਾਸਤੇ। ਉਹੀ ਤੁਸੀਂ ਕਿਸੇ ਦੇ 2 ਕਿੱਲੇ ਠੇਕੇ 'ਤੇ ਲੈ ਲਓ, 2 ਕਿੱਲੇ ਠੇਕੇ 'ਤੇ ਲੈ ਕੇ ਤੇ ਇਹ ਕੰਮ ਸ਼ੁਰੂ ਕਰਕੇ ਦੇਖੋ। ਪਹਿਲਾਂ ਆਪਣੇ ਆਪ ਕਾਗਜ਼ ਪੈਨ ਲੈ ਲਓ, ਬਾਹਰ ਰਿਸਰਚ ਕਰੋ, ਬਾਹਰ ਸਬਜ਼ੀ ਮੰਡੀ ਜਾਓ, ਉੱਥੇ ਪਪੀਤੇ ਦਾ ਰੇਟ ਪਤਾ ਕਰੋ ਕੀ ਹੈ। ਠੀਕ ਹੈ, ਅਲੱਗ-ਅਲੱਗ ਮੰਡੀਆਂ ਲਾਗੇ ਤਾਗੇ ਜਿਹੜੀਆਂ 2-3 ਮੰਡੀਆਂ, ਸਾਰਿਆਂ ਪਪੀਤੇ ਦਾ ਰੇਟ ਪਤਾ ਕਰੋ। ਜਿਹੜੇ ਮੇਨ ਆੜ੍ਹਤੀ ਨੇ ਉਹਨਾਂ ਤੋਂ ਪੁੱਛੋ ਕਿ ਭਾਈ ਅਗਰ ਮੈਂ ਪਪੀਤੇ ਦੀ ਖੇਤੀ ਕਰਾਂ ਤਾਂ ਮੇਰੇ ਤੋਂ ਮਾਲ ਲਏਗਾ ਤਾਂ ਕਿੰਨੇ ਦਾ ਲਏ। ਠੀਕ ਹੈ, ਸੋ ਇਹ ਬਾਰੀਕ ਰਿਸਰਚ ਜਿਹੜੀ ਹੈ ਔਨ ਗਰਾਊਂਡ ਜਾ ਕੇ ਕਰੋ। ਅਸੀਂ ਵੀ ਇਸ ਤੋਂ ਇਲਾਵਾ 2 ਹੋਰ ਖੇਤੀਆਂ ਦੀ ਰਿਸਰਚ ਕਰ ਰਹੇ ਹਾਂ ਇਸ ਟਾਈਮ। ਇੱਕ ਦਾ ਤੇ ਕੰਮ ਅਸੀਂ ਸ਼ੁਰੂ ਕਰ ਲਿਆ। ਠੀਕ ਹੈ ਜੀ, ਤੇ ਆਲਰੇਡੀ ਆਪਣੇ ਗਰੁੱਪ ਦੇ ਵਿੱਚੋਂ 4 ਵੀਰ ਇਹੋ ਜਿਹੇ ਨੇ ਜਿਨ੍ਹਾਂ ਕੋਲ 22 24 ਕਿੱਲੇ ਜ਼ਮੀਨ ਹੈ, ਔਰ ਉਹ ਦੇਣ ਨੂੰ ਤਿਆਰ ਨੇ ਸਾਰੀ ਜ਼ਮੀਨ। ਠੀਕ ਹੈ, ਸੋ ਟੋਟਲ 72 ਕਿੱਲੇ ਇਸ ਟਾਈਮ ਆਪਣੇ ਕੋਲ ਪਏ ਆ। ਉਹ 72 ਕਿੱਲਿਆਂ ਦੇ ਵਿੱਚ ਅਸੀਂ ਖੇਤੀ ਕਰ ਸਕਦੇ ਹਾਂ। ਲੇਕਿਨ ਅਸੀਂ ਇਸ ਪ੍ਰੋਜੈਕਟ ਨੂੰ ਇੱਕ ਪਾਇਲਟ ਪ੍ਰੋਜੈਕਟ ਸਮਝ ਕੇ ਚੱਲ ਰਹੇ ਹਾਂ, ਔਰ ਇਹ ਸੋਚ ਰਹੇ ਹਾਂ ਕਿ ਇਹ ਅਗਰ ਇੱਕ ਪਾਇਲਟ ਪ੍ਰੋਜੈਕਟ ਤਿਆਰ ਹੋ ਜਾਂਦਾ ਹੈ ਔਰ ਅਸੀਂ ਇਹਦੇ ਸਕਸੈਸ ਹੋ ਜਾਂਦੇ ਹਾਂ, ਤੇ ਫਿਰ ਅਸੀਂ ਇਹਨੂੰ ਐਕਸਪੈਂਡ ਕਰਾਂਗੇ ਤੇ ਆਪਣੇ ਵੀਰਾਂ ਨੂੰ ਵੀ ਜੋਬ ਦੇਵਾਂਗੇ ਵਿੱਚ। ਤੇ ਫਿਲਹਾਲ ਸਾਨੂੰ ਇੱਕ ਭਰਾ ਚਾਹੀਦਾ ਵੀ ਹੈ, ਵੀਰ ਚਾਹੀਦਾ ਹੈ। ਲੇਕਿਨ ਗੱਲ ਇਹ ਹੈ ਕਿ ਮਿਹਨਤ ਕਰਨ ਵਾਲਾ, ਖੇਤਾਂ ਦੇ ਵਿੱਚ ਕਈ ਵਾਹਣੇ ਵਾਲਾ ਬੰਦਾ ਚਾਹੀਦਾ ਸਾਨੂੰ। ਠੀਕ ਹੈ ਜੀ, ਜਿਹੜਾ ਉੱਥੇ ਆਪਣਾ ਟਿਊਬਵੈੱਲ ਦੀ ਕੋਠੀ ਹੈਗੀ ਹੈ, ਬੜੀ ਵਧੀਆ ਫਸਟ ਕਲਾਸ ਹੈ, ਉਹਨੂੰ ਪੂਰੀ ਤਿਆਰ ਵੀ ਕਰਵਾ ਸਕਦੇ ਹਾਂ ਅਸੀਂ, ਪੂਰੀ ਵਧੀਆ ਤਿਆਰ ਕਰਵਾ ਦਾਂਗੇ। ਲੇਕਿਨ ਇਹ ਹੈ ਕਿ ਉੱਥੇ ਹੀ ਰਹਿਣਾ, ਖਾਣਾ ਪੀਣਾ ਸਭ ਕੁਝ ਉੱਥੇ ਹੀ ਕੋਠੀ ਦੇ ਵਿੱਚ ਹੀ ਸੈਟਅਪ ਕਰ ਦਿੱਤਾ ਜਾਏਗਾ ਸਾਰਾ, ਔਰ ਬੰਦਾ ਉੱਥੇ ਕੰਮ ਕਰ ਸਕਦਾ। ਲੇਕਿਨ ਥੋੜ੍ਹਾ ਬਹੁਤ ਉਹਨੂੰ ਬਾਗਬਾਨੀ ਦਾ ਪਤਾ ਹੋਵੇ। ਅਗਰ ਕੋਈ ਬੰਦਾ ਪਹਿਲਾਂ ਆਲਰੇਡੀ ਬਾਗਬਾਨੀ ਦਾ ਕੰਮ ਕਰਦਾ ਤੇ ਸਾਨੂੰ ਉਹ ਚਾਹੀਦਾ ਬੰਦਾ। ਔਰ ਜੋ ਵੀ ਮਾਰਕੀਟ ਦੇ ਵਿੱਚ ਉਸ ਬੰਦੇ ਦੀ ਤਨਖਾਹ ਚੱਲਦੀ ਹੋਏਗੀ, ਉਹਦੇ ਨਾਲੋਂ 1000 ਰੁਪਈਆ ਅਸੀਂ ਫਾਲਤੂ ਦੇਵਾਂਗੇ। ਠੀਕ ਹੈ ਜੀ,
ਜੇ 5 ਚਲਦੀ ਹੈ 7 ਦਾਂਗੇ, 7 ਚਲਦੀ ਹੈ 8 ਦਾਂਗੇ, 8 ਚਲਦੀ ਹੈ 9 ਦਾਂਗੇ, 9 ਚਲਦੀ ਹੈ 10 ਦੇਵਾਂ, ਕੋਈ ਚੱਕਰ ਨਹੀਂ, ਠੀਕ ਹੈ। ਲੇਕਿਨ ਆਵੇ ਟਿਕ ਕੇ ਕੰਮ ਕਰੇ। ਤੇ ਇੱਕ ਜਿਹੜਾ ਪੂਰਾ ਸ਼ੈਡਿਊਲ ਜਿਹੜਾ ਸਾਨੂੰ ਕੰਪਨੀ ਤਰਫੋਂ ਮਿਲਿਆ, ਕੋਈ ਕੰਟਰੈਕਟਡ ਖੇਤੀ ਹੈ, ਸਾਰਾ ਪੂਰਾ ਸਕੈਜੂਲ ਸਾਨੂੰ ਬਣ ਕੇ ਮਿਲਿਆ ਵੀ ਕਿਸ ਦਿਨ ਤੁਸੀਂ ਕੀ ਚੀਜ਼ ਕਰਨੀ ਹੈ, ਕਿਸ ਦਿਨ ਤੁਸੀਂ ਕੀ ਚੀਜ਼ ਕਰਨੀ ਹੈ, ਉਹ ਸਾਰਾ ਪੂਰਾ ਕੈਲੰਡਰ ਹੈ ਸਾਡੇ ਕੋਲ। ਉਹ ਕੈਲੰਡਰ ਦੇ ਹਿਸਾਬ ਨਾਲ ਸਾਰੀਆਂ ਦਵਾਈਆਂ ਸ਼ਵਾਈਆਂ ਜੋ ਵੀ ਹੈ ਜਿਸ ਤਰ੍ਹਾਂ ਵੀ ਹੈ ਉਹ ਤੁਸੀਂ ਉਹ ਦੇਣਾ ਹੈ। ਬਟ ਇਹ ਨਹੀਂ ਹੈ ਕਿ ਜੀ ਬਸ ਮਤਲਬ 2 ਘੰਟੇ ਕੰਮ ਕੀਤਾ ਤੇ ਆ ਕੇ ਫਿਰ ਮੰਜੇ ਤੇ ਪੈ ਗਏ। ਕੰਮ ਹੈ ਤੇ ਕੰਮ ਹੈ, ਜਦੋਂ ਕੰਮ ਨਹੀਂ ਹੈ ਤੇ ਫਿਰ ਰੈਸਟ ਕਰੋ, ਫਿਰ ਕੋਈ ਚੱਕਰ ਨਹੀਂ, ਠੀਕ ਹੈ ਨਾ। ਬਟ ਇਹ ਹੈ ਕਿ ਸਾਨੂੰ ਆਪਣੇ ਕੰਮ ਵਾਸਤੇ ਇੱਕ ਬੰਦਾ ਚਾਹੀਦਾ ਹੈ, ਲੇਕਿਨ ਮਿਹਨਤੀ ਚਾਹੀਦਾ। ਉਹ ਨਹੀਂ ਬਸ ਉੱਧਰ ਮੋਟਰਸਾਈਕਲ ਚੱਕਿਆ ਤੇ ਉੱਧਰ ਨਿਕਲ ਗਏ, ਤੇ ਉੱਧਰ ਚੱਕਿਆ ਉੱਧਰ ਨਿਕਲ ਗਏ। ਜੋਬ ਨੂੰ ਜੋਬ ਸਮਝ ਕੇ ਕਰਨਾ ਪਏਗਾ, ਔਰ ਉੱਥੇ ਰਹਿਣ ਖਾਣ ਪੀਣ ਦਾ ਜਿਹੜਾ ਉਹ ਆਪਣਾ ਇੰਤਜ਼ਾਮ ਉੱਥੇ ਹੀ ਆਪਣਾ ਕਰ ਲਵੇ, ਉੱਥੇ ਹੀ ਰਹੇ, ਠੀਕ ਹੈ ਜੀ। ਤੇ ਬਾਕੀ ਵਿਕਾਸ ਉੱਥੇ ਹੀ ਹੈ। ਜੋ ਵੀ ਜ਼ਰੂਰਤਾਂ ਹੋਣਗੀਆਂ ਉਹ ਪੂਰੀਆਂ ਜਿੰਨੀਆਂ ਕੀਤੀਆਂ ਜਾ ਸਕਦੀਆਂ ਹੋਈਆਂ ਕੀਤੀਆਂ ਜਾਣਗੀਆਂ। ਬਾਕੀ ਅਸੀਂ ਆਲਰੇਡੀ ਆਪਣੇ ਲੈਵਲ 'ਤੇ ਬੰਦਾ ਸਰਚ ਕਰ ਰਹੇ ਹਾਂ, ਜੇ ਮਿਲ ਗਿਆ ਤਾਂ ਬੜੀ ਚੰਗੀ ਗੱਲ ਹੈ। ਤੇ ਜੇ ਕੋਈ ਆਪਣਾ ਗਰੁੱਪ ਵਾਲਾ ਵੀਰ ਜਿਹੜਾ ਵਾਕਈ ਮਿਹਨਤੀ ਹੈ, ਜਿਹੜਾ ਖੇਤੀ ਵਾਲਾ ਬੰਦਾ ਹੈ, ਜਿਹੜਾ ਕਈ ਵਾਹੁੰਦਾ ਹੈ, ਜਿਨ੍ਹਾਂ ਇਹ ਜਾਂ ਤਾਂ ਪੂਰਾ ਸਿੱਖਣਾ ਹੈ ਸਿਸਟਮ, ਜਾਂ ਉਹਨੇ ਆ ਕੇ ਮਿਹਨਤ ਕਰਨੀ ਹੈ, ਸਾਡੇ ਕੋਲ ਕੰਮ ਕਰਨਾ ਹੈ, ਸਾਡੇ ਕੋਲ ਜੋਬ ਕਰਨੀ ਹੈ, ਉਹ ਕਰ ਸਕਦਾ, ਕੋਈ ਦਿੱਕਤ ਨਹੀਂ ਹੈ। ਤੇ ਇਹ ਵੀਡੀਓ ਨੂੰ ਤੁਸੀਂ ਕੰਪੈਰੀਟਿਵ ਸਟੱਡੀ ਵਾਸਤੇ ਯੂਜ਼ ਕਰਨਾ ਹੈ। ਕਾਪੀ ਪੈਨ ਲੈ ਕੇ ਸਾਰੀ ਚੀਜ਼ਾਂ ਤੁਸੀਂ ਆਪ ਮੋਨੀਟਰ ਕਰਨੀ ਹੈ ਵੀ ਕਿਹੜੇ ਪਾਸੇ ਨੂੰ ਗੱਲ ਜਾਂਦੀ ਹੈ, ਸਹੀ ਕਹਿ ਰਹੇ ਨੇ, ਗਲਤ ਕਹਿ ਰਹੇ ਨੇ, ਝੂਠ ਕਹਿ ਰਹੇ ਨੇ, ਸੱਚ ਕਹਿ ਰਹੇ ਨੇ। ਔਰ ਮੈਂ ਇੱਕ ਚੇਨ ਜਿਹੜੀ ਹੈ ਉਹ ਸ਼ੁਰੂ ਕਰਾਂਗਾ, ਆਪਣੇ ਗਰੁੱਪ ਦੇ ਵਿੱਚ ਵੀਡੀਓਜ਼ ਜਿਹੜੇ ਨੇ ਉਹ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹੜੇ ਲੋਕੀ ਖੇਤੀ ਦੇ ਵਿੱਚ ਆਏ ਨੇ, ਸਕਸੈਸ ਹੋਏ ਨੇ, ਠੀਕ ਹੈ। ਸੋ ਉਮੀਦ ਹੈ ਮੇਰੀ ਇਹ ਜੋ ਵੀਡੀਓ, ਮੈਂ ਕਾਫੀ ਦਿਨਾਂ ਤੋਂ ਇਹ ਵੀਡੀਓ ਬਣਾਉਣ ਦੇ ਮਨ ਸੀਗਾ ਮੇਰਾ, ਔਰ ਮਤਲਬ ਟਾਈਮ ਨਹੀਂ ਸੀ ਲੱਗ ਰਿਹਾ, ਲੇਕਿਨ ਚਲੋ ਅੱਜ ਟਾਈਮ ਮਿਲਿਆ। ਆਪ ਜੀ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਨਾ ਸਾਰਿਆਂ ਨਾਲ, ਉਮੀਦ ਹੈ ਆਪ ਨੂੰ ਇਹ ਕਨਸੈਪਟ ਸਮਝ ਆਏਗਾ। ਮੇ ਵੀ ਮੇਰੀ ਕੈਲਕੂਲੇਸ਼ਨ ਸਹੀ ਨਾ ਹੋਣ, ਤੁਸੀਂ ਆਪਣੇ ਹਿੱਸੇ ਦੀਆਂ ਸਾਰੀ ਕੈਲਕੂਲੇਸ਼ਨਾਂ ਆਰਾਮ ਨਾਲ ਬੈਠ ਕੇ ਸੋਚ ਸਮਝ ਕੇ ਕਾਪੀ ਪੈਨ 'ਤੇ ਹਰ ਚੀਜ਼ ਸੌਰਟ ਆਊਟ ਕਰਕੇ ਤੇ ਫਿਰ ਸੋਚਣਾ ਕਿ ਹਾਂ ਵੀ ਮੈਨੂੰ ਇਹ ਕਰਨ 'ਚ ਫਾਇਦਾ ਹੈ ਕਿ ਨਹੀਂ, ਮੇਰੇ ਖੇਤਾਂ ਦੇ ਵਿੱਚ ਪਾਣੀ ਲੱਗਦਾ ਕਿ ਨਹੀਂ, ਮੈਨੂੰ ਏਰੀਆ ਕੈਸਾ ਪੈਂਦਾ, ਉੱਥੇ ਗੱਡੀ ਘੋੜਾ ਪਹੁੰਚੇਗਾ ਕਿ ਨਹੀਂ। ਸੋ ਇਹ ਸਾਰੀਆਂ ਜਿਹੜੀ ਬਰੀਕ ਚੀਜ਼ਾਂ ਨੇ ਉਹ ਤੁਸੀਂ ਆਪਣੇ ਲੈਵਲ 'ਤੇ ਸਰਚ ਆਊਟ ਕਰਨੀਆਂ ਨੇ। ਤੇ ਬਾਕੀ ਜਿੱਦਾਂ ਜਿੱਦਾਂ ਸਾਡਾ ਐਕਸਪੀਰੀਅੰਸ ਹੋਏਗਾ ਉਹ ਅਸੀਂ ਆਪ ਜੀ ਨਾਲ ਗਰੁੱਪ ਦੇ ਵਿੱਚ ਸ਼ੇਅਰ ਕਰਦੇ ਰਹਾਂਗੇ। ਤੇ ਉਮੀਦ ਹੈ ਵੀਡੀਓ ਪਸੰਦ ਆਏਗਾ। ਜਿਹੜੇ ਵਾਕਈ ਮਿਹਨਤ ਕਰਨ ਵਾਲੇ ਆ, ਜਿਹੜਾ ਬੰਦਾ ਵਾਕਈ ਮਿਹਨਤ ਕਰਨ ਵਾਲਾ ਉਹਨੂੰ ਕਿਤੇ ਜਾਣ ਦੀ ਲੋੜ, ਉਹਨੂੰ ਇੰਡੀਆ ਛੱਡ ਕੇ ਜਾਣ ਦੀ ਲੋੜ, ਠੀਕ ਹੈ ਜੀ। ਤੇ ਇਹ ਵੀਡੀਓ ਨੂੰ ਤੁਸੀਂ ਇੱਕ ਲਾਈਫ ਦਾ ਟਰਨਿੰਗ ਪੁਆਇੰਟ ਵਾਲਾ ਵੀਡੀਓ ਸਮਝ ਸਕਦੇ ਹੋ। ਇਸ ਵੀਡੀਓ ਨਾਲ ਤੁਸੀਂ ਬਹੁਤ ਕੁਝ ਆਪਣੀ ਜ਼ਿੰਦਗੀ 'ਚ ਸੰਵਾਰ ਸਕਦੇ ਹੋ। ਤੇ ਉਮੀਦ ਹੈ ਜਿੰਨੇ ਵੀ ਮੇਰੇ ਗਰੁੱਪ ਮੈਂਬਰ ਇਹ ਮੇਰਾ ਵੀਡੀਓ ਦੇਖ ਰਹੇ ਨੇ, ਜਿਹੜੇ ਬਾਰ-ਬਾਰ ਪਿਛਲੇ 2-3 ਮਹੀਨੇ ਤੋਂ ਪੁੱਛ ਰਹੇ ਨੇ, ਭਾਜੀ ਨੇ ਇੱਕ ਗੱਲ ਕਹੀ ਸੀ ਸਾਨੂੰ ਦੱਸਿਆ ਨਹੀਂ, ਉਹਨਾਂ ਦਾ ਕੀ ਪਲਾਨ ਹੈ, ਉਹਨਾਂ ਨੇ ਕੀ ਕਰਨਾ ਹੈ, ਇਹੋ ਜਿਹਾ ਕੀ ਸੈਟਅਪ ਕਰਨਾ ਹੈ। ਸੋ ਮੈਂ 2-3 ਦਿਨ ਪਹਿਲਾਂ ਜਦੋਂ ਸਾਡੇ ਸਾਰੇ 3000 ਅਸੀਂ ਪੌਦੇ ਲਗਾਏ ਨੇ, ਔਰ ਇਹ ਜਿਹੜਾ ਅਸੀਂ ਫਾਰਮ ਲਗਾਇਆ ਇਹ ਮਤਲਬ ਇੱਕ ਮਾਸਟਰਪੀਸ ਹੋਏਗਾ। ਇਹਨੂੰ ਸਾਰੀ ਅਸੀਂ ਅਜੇ ਬਾਕੀ ਤਿਆਰੀ ਕਰਨੀ ਹੈ। ਇਹਦਾ ਜਿਸ ਦਿਨ ਰਿਬਨ ਕਟਿੰਗ ਸੈਰੇਮਨੀ ਕਰਾਂਗੇ ਪੂਰੀ ਪ੍ਰੋਪਰ, ਜਦੋਂ ਪੂਰਾ ਇਹਦਾ ਗੇਟ ਸ਼ੇਟ ਬਣ ਜਾਏਗਾ, ਸਭ ਕੁਝ ਕੰਪਲੀਟ ਹੋ ਜਾਏਗਾ, ਜਿਹੜਾ ਵੀਰ ਉਸ ਦਿਨ ਜਾ ਕੇ ਫਾਰਮ ਦੇਖਣਾ ਚਾਹਵੇ ਦੇਖ ਵੀ ਸਕਦਾ ਹੈ। ਸਭ ਨੂੰ ਇਨਵਾਈਟ ਕਰਾਂਗੇ ਚਾਹ ਪਾਣੀ 'ਤੇ, ਜਿਹੜਾ ਵੀ ਵੀਰ ਆਉਣਾ ਚਾਹੁੰਦਾ ਜੀ ਸਦਕੇ ਆਵੇ। ਤੇ ਫਿਲਹਾਲ ਜਿਹੜੇ ਪੌਦੇ ਲਗਾਏ ਨੇ ਉਹ ਇਨੀਸ਼ੀਅਲ ਸਟੇਜ 'ਤੇ ਨੇ, ਇਸ ਟਾਈਮ ਕੰਮ ਬਹੁਤ ਜ਼ਿਆਦਾ ਹੈ। ਤੇ ਥੋੜ੍ਹਾ ਜਿਹਾ ਜਦੋਂ 1-1.5 ਮਹੀਨੇ ਤੱਕ ਜਦੋਂ ਸਾਰਾ ਕੰਮ ਸੂਤ ਆ ਗਿਆ, ਲਾਈਨ ਸਿਰ ਆ ਗਿਆ, ਫਿਰ ਆਪਾਂ ਇੱਕ ਦਿਨ ਟਾਈਮ ਰੱਖਾਂਗੇ। ਤੇ ਫਿਰ ਸ਼ਾਇਦ ਮੇਰੇ ਪੇਰੈਂਟਸ ਵੀ ਜਾਣਗੇ ਤੇ ਆਪਾਂ ਵੱਡਿਆਂ ਤੋਂ ਉਸ ਦਾ ਜੋ ਹੈ ਉਹ ਇਨੈਗੋਰੇਸ਼ਨ ਜਿਹੜਾ ਕਰਵਾਵਾਂਗੇ। ਵਾਹਿਗੁਰੂ ਮਿਹਰ ਕਰੇ, ਆਪ ਸਭ ਨੂੰ ਕਾਮਯਾਬ ਕਰੇ, ਤਰੱਕੀ ਬਖਸ਼ੇ। ਬਾਕੀ ਇਸ ਕਨਸੈਪਟ 'ਤੇ ਬਹੁਤ ਸੀਰੀਅਸਲੀ ਤੁਸੀਂ ਸਾਰਿਆਂ ਨੇ ਸੋਚਣਾ, ਕਿਉਂਕਿ ਇਹ ਕਨਸੈਪਟ ਇੱਕ ਐਸਾ ਹੈ ਕਿ ਤੁਹਾਨੂੰ ਜਿਹੜਾ ਤੁਸੀਂ 2-4 ਲੱਖ ਰੁਪਇਆ ਪਹਿਲਾਂ ਲਾਇਸੈਂਸ 'ਤੇ ਫੂਕਣਾ ਹੈ, ਫਿਰ 20-22 ਲੱਖ ਰੁਪਇਆ ਤੁਸੀਂ ਵਰਕ ਪਰਮਿਟ 'ਤੇ ਦੇਣਾ ਹੈ, ਉਹਦੇ ਬਾਅਦ ਪਤਾ ਨਹੀਂ ਕੰਮ ਹੋਣਾ ਨਹੀਂ ਹੋਣਾ, ਏਜੰਟ ਨੇ ਪੈਸੇ ਲੈ ਕੇ ਭੱਜ ਜਾਣਾ ਹੈ। ਐਸਾ ਕੁਛ ਨਹੀਂ ਹੋਏਗਾ। ਫਿਰ ਨਾ ਤੁਹਾਨੂੰ ਕਰਜ਼ਾ ਚੱਕਣਾ ਪਏਗਾ ਬਹੁਤਾ, ਬਸ ਥੋੜ੍ਹਾ ਜਿਹਾ ਤੁਸੀਂ ਇੱਕ ਵਾਰ ਕੰਮ ਰੇੜਨ ਵਾਸਤੇ ਆਪਣਾ ਜਿਹੜਾ ਪੈਸਾ, ਘਰ ਵਾਲਾ ਪੈਸਾ ਯੂਜ਼ ਕਰਨਾ ਹੈ, ਔਰ ਉਹਦੇ ਬਾਅਦ ਜਿਹੜੀ ਜ਼ਿੰਦਗੀ ਆ ਉਸ ਦਾ ਲਈ ਹੌਲੀ ਹੌਲੀ ਚੇਂਜ ਹੋ ਜਾਣੀ।
ਸੋ ਮੇਰੀਆਂ ਗੱਲਾਂ ਤੇ ਪਲੀਜ਼ ਗੌਰ ਕਰਿਓ। ਔਰ ਜੋ ਆਪਾਂ ਇਹ ਲਗਾਇਆ ਹੈ ਫਾਰਮ, ਇਹ ਫਾਰਮ ਦਾ ਵੀ ਆਪਾਂ ਆਪ ਜੀ ਨੂੰ ਦੱਸਾਂਗੇ ਕਦੋਂ ਇਹਦਾ ਇਨੈਗਰੇਸ਼ਨ ਹੈ, ਕਿੱਦਾਂ ਹੈ। ਬਾਕੀ ਆਲਰੇਡੀ ਪੌਦੇ ਲੱਗ ਚੁੱਕੇ ਨੇ ਅਤੇ ਪ੍ਰੋਪਰ ਜਿੱਦਾਂ ਕੈਲੰਡਰ ਇੱਕ ਬਣ ਕੇ ਮਿਲਿਆ ਹੈ, ਉਸ ਕੈਲੰਡਰ ਦੇ ਹਿਸਾਬ ਨਾਲ ਸਾਰੀਆਂ ਉਹਦਾ ਟ੍ਰੀਟਮੈਂਟ ਚੱਲ ਰਿਹਾ ਪੌਦੇ ਦਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਅਪਡੇਟਸ ਹੋਣਗੀਆਂ, ਜੋ ਵੀ ਘਾਟੇ ਵਾਧੇ ਹੋਣਗੇ, ਉਹ ਸਾਰੇ ਆਪ ਨਾਲ ਸ਼ੇਅਰ ਕੀਤੇ ਜਾਣਗੇ ਤਾਂ ਕਿ ਇੱਕ ਪੂਰਾ ਜੋ ਹੈ ਹੋਲ ਸੀਨ ਜਿਹੜਾ ਤੁਹਾਡੀ ਅੱਖਾਂ ਸਾਹਮਣੇ ਕ੍ਰੀਏਟ ਹੋ ਜਾਏ। ਔਰ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਇੱਕ ਬੰਦਾ ਅਗਰ ਕੈਨੇਡਾ ਜਾ ਕੇ PR ਹੋ ਕੇ ਦੁਬਾਰਾ ਪਰਤਣ ਦੀ ਗੱਲ ਸੋਚ ਰਿਹਾ ਤੇ ਯਾਰ ਕੋਈ ਨਾ ਕੋਈ ਤਾਂ ਰੀਜ਼ਨ ਹੋਏਗਾ, ਠੀਕ ਹੈ ਨਾ। ਯਾ ਸੋ ਗੁਰੂ ਮਹਾਰਾਜ ਮਿਹਰ ਕਰੇ, ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਉਮੀਦ ਹੈ ਵੀਡੀਓ ਸਮਝ ਆਇਆ ਹੋਏਗਾ ਤੇ ਅਗਰ ਇਹ ਕੰਮ ਕਰਦੇ ਹੋ ਔਰ ਉਹਦੇ 'ਚ ਕਾਮਯਾਬ ਹੁੰਦੇ ਹੋ ਤੇ ਮੇਰਾ ਇਹ ਵੀਡੀਓ ਬਣਾਉਣਾ ਵੀ ਕਾਮਯਾਬ ਹੋਏਗਾ। ਤੇ ਬਾਕੀ ਸਾਡੇ ਲਈ ਵੀ ਅਰਦਾਸ ਕਰਿਓ ਕਿ ਜਿਹੜਾ ਕੰਮ 'ਚ ਹੱਥ ਪਾਇਆ ਹੈ ਗੁਰੂ ਮਹਾਰਾਜ ਮਿਹਰ ਕਰਨ, ਉਸ ਕੰਮ ਦੇ ਵਿੱਚ ਕਾਮਯਾਬੀ ਮਿਲੇ ਤਾਂ ਕਿ ਮੇਰੇ ਨਾਲ ਜਿਹੜੇ ਮੇਰੇ ਫੈਨ ਫੋਲੋਅਰਸ ਨੇ, ਜੋ ਆਪਣੇ ਗਰੁੱਪ ਮੈਂਬਰ ਨੇ, ਜਾਂ ਜੋ ਵੀ ਸਾਡਾ ਪੂਰੀ ਦੁਨੀਆ 'ਚ ਇਹ ਵੀਡੀਓ ਦੇਖ ਰਿਹਾ, ਜਿਹੜਾ ਹਰਨੇਕ ਰੰਧਾਵਾ ਹੈਲਪਲਾਈਨ YouTube ਚੈਨਲ ਜਾਂ ਹਰਨੇਕ ਰੰਧਾਵਾ ਹੈਲਪਲਾਈਨ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁੜਿਆ ਹੈ, ਕਿਸੇ ਤਰੀਕੇ ਵੀ ਜੁੜਿਆ ਹੈ, ਅਗਰ ਉਹ ਆਪਣੀ ਜ਼ਿੰਦਗੀ ਇਹ ਕੰਮ, ਇਹ ਇੱਕ ਦੋ ਜਿਹੜੇ ਅਸੀਂ ਨਵੇਂ ਕਨਸੈਪਟ ਕੀਤੇ ਨੇ, ਇਹਨਾਂ ਕਰਕੇ ਆਪਣੀ ਜ਼ਿੰਦਗੀ ਚੇਂਜ ਕਰ ਲੈਂਦਾ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ। ਅਗਰ ਉਹ ਬਾਹਰ ਨਹੀਂ ਜਾ ਕੇ ਉੱਥੇ ਰੁਕੇਗਾ, ਆਪਣੇ ਪਰਿਵਾਰ ਦੀ ਟੇਕ ਕੇਅਰ ਕਰੇਗਾ ਔਰ ਬਸ ਇੱਕ ਪਰਟੀਕੂਲਰ ਟਾਈਮ ਜਾ ਕੇ ਮਿਹਨਤ ਕੀਤੀ ਔਰ ਉਹਦੇ ਬਾਅਦ ਆ ਕੇ ਰੈਸਟ ਕੀਤੀ, ਕਿਉਂਕਿ ਇੱਕ ਵਾਰ ਤੁਸੀਂ ਬੂਟਾ ਲਗਾ ਦੇਣਾ ਔਰ ਉਹਦੇ ਬਾਅਦ ਫਿਰ ਉਹਨੂੰ 5-7 ਮਹੀਨੇ ਬਸ ਤੁਸੀਂ ਪਾਣੀ ਪੂਣੀ ਦੇਣਾ, ਮਾੜੀ ਮੋਟੀ ਜੋ ਕਦੇ ਕਦੇ ਦਵਾਈ ਦੇਣੀ ਹੈ। ਉਸ ਤੋਂ ਇਲਾਵਾ ਤੁਸੀਂ ਇੱਕ ਆਮ ਚੀਜ਼ ਨੋਟ ਕੀਤੀ ਹੋਣੀ ਹੈ, ਪਪੀਤੇ ਦਾ ਬੂਟਾ ਹਰ ਘਰ ਦੇ ਵਿੱਚ ਜਾਂ ਲਾਗੇ ਤਾਗੇ ਕਿਸੇ ਨਾ ਕਿਸੇ ਘਰ 'ਚ ਹੁੰਦਾ, ਉਹਦੀ ਕੋਈ ਕੇਅਰ ਨਹੀਂ ਹੁੰਦੀ, ਫਿਰ ਵੀ ਉਹ ਵੱਧਦਾ ਰਹਿੰਦਾ ਔਰ ਬੇਸ਼ੁਮਾਰ ਫਲ ਦਿੰਦਾ, ਠੀਕ ਹੈ। ਸੋ ਇੱਦਾਂ ਹੀ ਇਹ ਹੈ, ਇੱਦਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਅਗਰ ਇਹਨੂੰ ਕਨਸੈਪਟ ਨੂੰ ਸਮਝ ਕੇ ਚੱਲੋਗੇ ਤੇ ਬਹੁਤ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ। ਤੇ ਉਮੀਦ ਹੈ ਵੀਡੀਓ ਪਸੰਦ ਆਏਗੀ ਜੀ, ਔਰ ਇਸ ਕਨਸੈਪਟ ਨੂੰ ਚੰਗੀ ਤਰ੍ਹਾਂ ਡੀਪਲੀ ਸਮਝਣ ਦੀ ਔਰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਿਓ। ਤੇ ਬਾਕੀ ਜਿੱਦਾਂ ਇਹ ਵਧੇਗਾ ਉਹ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਦੇ ਰਹਾਂਗੇ, ਜੋ ਸਾਨੂੰ ਅੜਚਣਾਂ ਆਉਣਗੀਆਂ, ਜੋ ਕਮੀਆਂ ਪੇਸ਼ੀਆਂ ਹੋਣਗੀਆਂ, ਜੋ ਚੀਜ਼ਾਂ ਅਸੀਂ ਸਿੱਖਾਂਗੇ ਉਹ ਆਪ ਜੀ ਨੂੰ ਦੱਸਾਂਗੇ। ਤੇ ਉਮੀਦ ਹੈ ਕਿ ਤੁਸੀਂ ਵੀ ਸਾਡਾ ਹੌਸਲਾ ਅਫਜ਼ਾਈ ਕਰੋਗੇ ਕਿ ਇੱਕ ਬਿਲਕੁਲ ਲੀਕ ਤੋਂ ਹਟ ਕੇ ਤੁਸੀਂ ਕੰਮ ਸ਼ੁਰੂ ਕੀਤਾ। ਓਕੇ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।
देखा सुजला पे सुजल छोटा सा सांप आ गया भाई। देखो का सांप है छोटा सा। ये सुजल दे बेटा सांप रहा देख। ले बेटा आगे ले चल बल्टी। दादू दादी ने पन्नी कट्ठी कर पन्नी चल। ओ चल पन्नी कट्ठी कर। सांप दिखाऊंगे देख सांप मम्मी। हाँ दे रहा सांप दिखाने है। और दूर वाले बेटा जाओ पन्नी देखा दादी ने पन्नी काट दी। पन्नी साल कट्ठी करो अपनी और आगे तक गलू आवे थे।